सबना मरना आया विछोड़ा सबना। पुछो जाए सियाणिया अगे मिलन किना। जिन मेरा साहिब विसरे वडड़ी वेदन तनाहा। मूक उचरै शास्त्र खट पिंग गिरन चढ़ जाए। अंध लखै बदरो सुनै जो काल कृपा कराए। अंध लखै बदरो सुनै जो काल कृपा कराए। परम सत्कारयोग सतगुरां दी साजी और नवाजी हुई गुरु प्यारी गुरु सवारी साध संगत जी, आओ आपां सारे सत्कारयोग माता नछत्र कौर जी दी अंतम अरदास दे विच शामिल होने वास्ते पहुंचे हाँ। अपनी संसारिक यात्रा नूं पूरी करते हुए जिन्ने क सवास परमात्मा वल्लों माता जी नूं श्री अकाल पुरख जी ने बख्शिश कीते सन, उन्हां सवासां दी पूंजी नूं भोगदियां होया माता जी कुछ दिन पहला अंकाल चलाना कर गए। पिछे परिवार वालों उन्हां दी आत्मिक शांति वास्ते रब दा भाणा खिड़े मत्थे प्रवान करन वास्ते गुरु साहब जी दी बाणी दा ओट आसरा लिया है। माता जी दे तमित सुखमनी साहिब जी दे जाप गुरु घर दे वजीरां ने बड़े प्यार सत्कार दे नाल आप सरबत संगतां नूं सरवण करवाए हैं। आओ कुछ समा रल मिल के गुरबाणी दी विचार करन दा, गुरु घर दीयां कथा कहानियां करन दा, सुनन दा, सत्संग करन दा समा आपां सारियां नूं प्राप्त होया है। कोई भी बेनती आरंभ करन तो पहला धन सतगुरु श्री गुरु गोबिंद सिंह साहब महाराज सच्चे पातशाह जी दे बख्शिश की हुई फतेह प्रवान करो जी। आखो जी वाहिगुरु जी का खालसा वाहिगुरु जी की फतेह। राम गयो रावण गयो जाको बहु परिवार, कहो नानक थिर कछ नहीं सुपने ज्यों संसार। जितने भी आप माई भाई गुरु साहब की हाजरी में जुड़ करके बैठे हो, सारियां नूं सिमर बेनती एको बारी मैं करांगा कि आपां तकरीबन 1 बजे तक हद सवा 1 बजे तक तकरीबन अपने कोल पौना घंटा बचदा है। गुरबाणी दी विचार करांगे। इन्ने समय दे विच जितने भी आप भाई बैठे हो, जिन्नियां माइयां बैठियां हैं, पूरा टका दे नाल बैठण दी खिचड़ करियो। कौन आ रहा है, कौन जा रहा है, कित्थे जाके बैठदा है, किवें मत्था टेकदा है, की करदा है, इस गल तो गुरेज रखियो। दूसरी बेनती अपने बच्चों का कंट्रोल, ते तीसरी बेनती चाहे आपां अज समागम मरग दा ही है, पर फिर भी थोड़ी जी गल हासे विच पै जाती है भी जिहड़ा अपने सारियां को बच्चा ना हर एक दी जेब च पाया होया,
मोबाइल इनू खास करके अपने कंट्रोल च रखियो। ਜਿਹੜੇ ਆਪਣੇ ਆ ਦੂਜੇ ਬੱਚੇ ਇਹ ਘੱਟ ਤੰਗ ਕਰਦੇ ਹਜੇ, ਆ ਜਿਹੜਾ ਜੇਬਾਂ 'ਚ ਪਾਇਆ ਇਹ ਵੱਧ ਤੰਗ ਕਰਦਾ। ਹਾਂ ਸੱਚੀ ਗੱਲ ਹੈ ਜੀ, ਇਹਨਾਂ ਸਾਡੇ ਆ ਦੂਜੇ ਬੱਚੇ ਨਹੀਂ ਤੰਗ ਕਰਦੇ ਹੈਗੇ। ਇਹਨਾਂ ਦਾ ਕੰਟਰੋਲ ਆਪਣੇ ਮੋਬਾਈਲਾਂ ਦਾ ਸਾਇਲੈਂਟ ਕਰਕੇ ਰੱਖਿਓ। ਜਿੰਨਾ ਸਮਾਂ ਤੁਹਾਡੇ ਵੱਲੋਂ ਇਕਾਗਰਤਾ ਨਹੀਂ ਹੈ, ਜਿੰਨਾ ਸਮਾਂ ਤੁਸੀਂ ਟਿਕ ਕੇ ਸੁਣਦੇ ਨਹੀਂ, ਉਹਨਾਂ ਸਮਾਂ ਜਿੱਡਾ ਮਰਜ਼ੀ ਬੁਲਾਰਾ ਤੁਹਾਡੇ ਸਾਹਮਣੇ ਬੈਠਾ ਹੋਵੇ, ਉਹਨੂੰ ਸੁਣਾਉਣ ਦਾ ਕੋਈ ਸਵਾਦ, ਕੋਈ ਆਨੰਦ ਨਹੀਂ ਹੈ। ਸੁਣਾਉਣ ਵਾਲੇ ਵਿੱਚ ਵੀ ਇਕਾਗਰਤਾ ਦੀ ਲੋੜ ਹੈ, ਸੁਣਨ ਵਾਲਿਆਂ ਨੂੰ ਵੀ ਇਕਾਗਰਤਾ ਦੀ ਲੋੜ ਹੈ। ਇਕਾਗਰਤਾ ਮਨੁੱਖ ਵਾਸਤੇ ਇੰਨੀ ਕੁ ਜ਼ਰੂਰੀ ਹੈ ਨਾ ਜੀ, ਮਨ ਟਿਕ ਜਾਣਾ ਇੰਨਾ ਕੁ ਜ਼ਰੂਰੀ ਹੈ। ਸਿਆਣਿਆਂ ਦਾ ਕਥਨ ਹੈ, ਸਤਿਪੁਰਸ਼ਾਂ ਦਾ ਕਥਨ ਹੈ ਵੀ 24 ਘੰਟਿਆਂ ਵਿੱਚ ਨਾ ਹਰ ਬੰਦੇ ਦਾ, ਗੌਰ ਕਰਿਓ ਜੀ, 24 ਘੰਟਿਆਂ ਵਿੱਚ ਹਰ ਬੰਦੇ ਦਾ 1 ਸਕਿੰਟ ਵਾਸਤੇ ਮਨ ਇਕਾਗਰ ਹੁੰਦਾ ਹੈ ਆਪਣੇ ਆਪ। ਉਹ ਕਦੋਂ ਇਕਾਗਰ ਹੁੰਦਾ ਭਲਾ? ਜਦੋਂ ਆਪਾਂ ਰਾਤ ਨੂੰ ਸੌਣ ਲੱਗਦੇ ਆ ਨਾ ਜੀ, ਜਿਹੜੀ ਬੰਦੇ ਦੀ ਨੀਂਦ ਹੈ ਇਹ ਵੀ ਓਨਾ ਸਮਾਂ ਨਹੀਂ ਆਉਂਦੀ ਜਿੰਨਾ ਸਮਾਂ ਬੰਦੇ ਦਾ ਮਨ ਇੱਕ ਥਾਂ ਟਿਕਿਆ ਨਾ ਹੋਵੇ। 1 ਸਕਿੰਟ ਤੁਹਾਡਾ ਮਨ ਇਕਾਗਰ ਹੋ ਗਿਆ, ਸਾਰੇ ਫੁਰਨੇ ਛੱਡ ਗਿਆ, ਸਾਰੀਆਂ ਚਿੰਤਾਵਾਂ ਛੱਡ ਗਿਆ, ਜਦੇ ਬੰਦੇ ਨੂੰ ਨੀਂਦ ਆ ਜਾਏਗੀ। ਉਹ 1 ਸਕਿੰਟ ਦਾ ਇਕਾਗਰ ਹੋਇਆ ਮਨ ਤੁਹਾਡਾ 24 ਘੰਟੇ ਤੁਹਾਡੇ ਤੇ ਅਸਰ ਰਹਿੰਦਾ। ਫਿਰ ਉਸ ਚੀਜ਼ ਦਾ ਸਾਰਾ ਸਰੀਰ, ਸਾਰੀ ਬਾਡੀ ਰਿਲੈਕਸ ਹੋ ਜਾਂਦੀ ਹੈ। 24 ਘੰਟਿਆਂ ਚੋਂ 1 ਸਕਿੰਟ ਇਕਾਗਰ ਮਨ ਟਿਕਿਆ। ਇਕਾਗਰਤਾ ਦਾ ਭਾਵ ਮਨ ਟਿਕ ਜਾਣਾ, ਖੜ ਜਾਣਾ, ਸਾਰੇ ਫੁਰਨੇ ਖਤਮ, ਸਾਰੀਆਂ ਚਿੰਤਾਵਾਂ ਖਤਮ ਹੋ ਜਾਣੀਆਂ, ਸਾਰੇ ਝੋਰੇ ਛੱਡ ਦੇਣੇ। ਉਹ 1 ਸਕਿੰਟ ਦਾ ਅਸਰ 24 ਘੰਟੇ ਰਹਿੰਦਾ ਬੰਦੇ ਉੱਪਰ। ਉਹ 1 ਸਕਿੰਟ ਹੀ ਬੰਦੇ ਨੂੰ 24 ਘੰਟੇ ਚਾਰਜ ਰੱਖਦਾ ਹੈ। ਤੇ ਜਿਨ੍ਹਾਂ ਦਾ ਮਨ 24 ਘੰਟੇ ਇਕਾਗਰ ਰਹਿੰਦਾ, ਉਹ ਕਿੰਨੇ ਕੁ ਸੁਖੀ ਹੋਣਗੇ? ਆਖੋ ਸਤਨਾਮ। ਜਿਨ੍ਹਾਂ ਦਾ 24 ਘੰਟੇ ਟਿਕਿਆ ਰਹਿੰਦਾ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਸੁਣਿਆ ਸੀ ਨਾ ਹੁਣੇ, ਸਾਵਧਾਨ ਇਕਾਗਰ ਚੀਤ, ਇੱਕ ਮਨ ਇੱਕ ਚਿੱਤ। ਗੱਲ ਬਣਦੀ ਤਾਂ ਹੈ ਜੇ ਮਨ ਇਕਾਗਰ ਹੋਵੇ। ਇਸ ਕਰਕੇ ਆਪਣੇ ਆਪ ਨੂੰ ਟਿਕਾ ਕੇ ਬੈਠਣਾ ਹੈ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਤਕਰੀਬਨ ਆਪਣੇ ਭਾਈ ਸਾਹਿਬ ਜੀ ਨੇ ਅਰਦਾਸ ਕਰਨੀ, 2 ਪੰਕਤੀਆਂ ਪੜ੍ਹਨਗੇ ਜ਼ਰੂਰ। ਆਪਾਂ ਹਰ ਥਾਂ ਸੁਣਦੇ ਹਾਂ, ਮਰਗ ਦੇ ਪ੍ਰੋਗਰਾਮ ਤੇ ਹਰ ਥਾਂ ਸੁਣਦੇ ਹਾਂ। ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਹੁਣ ਸਾਡੇ ਮਨ ਵਿੱਚ ਭੁਲੇਖਾ ਪਤਾ ਕੀ ਹੈ ਇੱਥੇ, ਵੀ ਜਿਹੜੀਆਂ ਇਹ ਪੰਕਤੀਆਂ ਪੜ੍ਹੀਆਂ ਨੇ ਇਹ ਮਰੇ ਹੋਏ ਪ੍ਰਾਣੀ ਵਾਸਤੇ ਹੈ। ਵੀ ਮਰਗ ਦੇ ਪ੍ਰੋਗਰਾਮ ਤੇ ਪੜ੍ਹ ਹੁੰਦੀਆਂ, ਵੈਸੇ ਨਹੀਂ ਪੜ੍ਹੀ ਦੀਆਂ। ਜਿਹੜਾ ਮਰਿਆ ਉਹਦੇ ਵਾਸਤੇ ਹੈ, ਨਹੀਂ ਉਹਦੇ ਵਾਸਤੇ ਨਹੀਂ। ਇੱਕ ਗੱਲ ਸ਼ਾਇਦ ਤੁਹਾਨੂੰ ਕੌੜੀ ਲੱਗੇ, ਗੁਰਬਾਣੀ ਮਰਿਆਂ ਵਾਸਤੇ ਨਹੀਂ, ਗੁਰਬਾਣੀ ਜਿਉਂਦਿਆਂ ਵਾਸਤੇ। ਆਖੋ ਸਤਨਾਮ। ਜਿਹੜਾ ਚਲਿਆ ਹੀ ਗਿਆ, ਇੱਥੋਂ ਤੋਰੀ ਗਿਆ, ਉਹਦੇ ਵਾਸਤੇ ਕੀ ਫਿਰ ਅਸਰ ਉਸ ਚੀਜ਼ ਦਾ? ਇਹ ਤੇ ਆਪਾਂ ਅਰਦਾਸ ਕਰਦੇ ਹਾਂ, ਬਾਅਦ ਵਿੱਚ ਸਹਿਜ ਪਾਠ ਕਰਾਤਾ, ਸੁਖਮਨੀ ਸਾਹਿਬ ਕਰਾਤਾ, ਅਖੰਡ ਪਾਠ ਕਰਾ ਦਿੱਤਾ। ਇਹ ਤੇ ਅਰਦਾਸ ਰਲ ਕੇ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੇ ਘਰ ਵਿੱਚੋਂ ਇਹ ਜੀਵ ਵਿਛੜ ਕੇ ਚਲਿਆ ਗਿਆ, ਇਹਦਾ ਭਲਾ ਕਰਿਓ। ਇਹ ਤਾਂ ਅਰਦਾਸ ਹੈ ਬਸ, ਜੋ ਆਪਣਾ ਫਰਜ਼ ਵੀ ਬਣਦਾ ਹੈ। ਗੁਰਬਾਣੀ ਦੀ ਹਰ ਪੰਕਤੀ ਜਦੋਂ ਆਪਾਂ ਇਹ ਸੋਚਣ ਲੱਗ ਜਾਵਾਂਗੇ ਨਾ ਵੀ ਜਿਹੜਾ ਅੱਜ ਹੁਕਮਨਾਮਾ ਗੁਰੂ ਘਰੇ ਆਇਆ ਹੈ, ਜਿਹੜੀਆਂ ਪੰਕਤੀਆਂ ਮੈਂ ਅੱਜ ਸੁਣੀਆਂ ਇਹ ਮੇਰੇ ਵਾਸਤੇ ਹਨ, ਉਦੋਂ ਬਦਲਾ ਆਵੇਗਾ। ਨਹੀਂ ਭਾਵੇਂ ਦਿਹਾੜੀ ਦੇ 10-10 ਪਾਠ ਸੁਖਮਨੀ ਸਾਹਿਬ ਦੇ ਕਰ ਲਿਓ, ਤਾਂ ਵੀ ਗੱਲ ਨਹੀਂ ਬਣਦੀ, ਤਾਂ ਵੀ ਨਹੀਂ ਬਣਦੀ ਹੈ। ਆਪਣੇ ਆਪ ਤੇ ਢਾਲ ਕੇ ਵੇਖਣਾ ਪਏਗਾ। ਸੰਸਾਰ ਵਿੱਚ ਵਿਚਰਦਿਆਂ ਹੋਇਆ ਮਹਾਂਪੁਰਸ਼ਾਂ ਦਾ, ਵਿਦਵਾਨਾਂ ਦਾ ਕਥਨ ਹੈ, ਕਹਿੰਦੇ 3 ਤਰ੍ਹਾਂ ਦੀ ਮੌਤ ਹੁੰਦੀ ਹੈ। 3 ਤਰ੍ਹਾਂ ਦੀ ਮੌਤ। ਪਹਿਲੀ ਮੌਤ ਹੁੰਦੀ ਹੈ ਜੀ ਭੌਤਿਕਵਾਦ ਮੌਤ। ਪਹਿਲਾਂ ਲੱਗੇਗਾ ਤੁਹਾਨੂੰ ਸ਼ਾਇਦ ਸਮਝ ਵਿੱਚ ਨਹੀਂ ਆ ਰਿਹਾ, ਪਰ ਟਿਕਾ ਬਣਾ ਕੇ ਬੈਠਿਓ। ਮੈਂ ਕੋਸ਼ਿਸ਼ ਕਰਾਂਗਾ ਪੂਰੀ ਵੀ ਤੁਹਾਡੇ ਜੋੜੇ ਚੰਗੀ ਤਰ੍ਹਾਂ ਝਾੜ ਸਕੀਏ। ਪਹਿਲੀ ਹੁੰਦੀ ਹੈ ਜੀ ਭੌਤਿਕਵਾਦ ਮੌਤ, ਜਿਹੜੀ ਆਪਣੇ ਸਾਰਿਆਂ ਤੇ ਆਉਂਦੀ ਹੈ। ਉਹ ਭੌਤਿਕਵਾਦ ਜਿਹੜੀ ਮੌਤ ਹੈ, ਜਿਹਨੂੰ ਕਹਿੰਦੇ ਨੇ ਸਰੀਰਕ ਮੌਤ, ਸਰੀਰ ਦਾ ਮਰ ਜਾਣਾ, ਉਹ ਮੇਰੇ ਤੇ ਵੀ ਆਏਗੀ, ਮਾਫ ਕਰਨਾ ਤੁਹਾਡੇ ਸਾਰਿਆਂ ਤੇ, ਹਰ ਇੱਕ ਤੇ ਆਏਗੀ। ਦੂਜੀ ਹੁੰਦੀ ਹੈ ਬੌਧਿਕਵਾਦ ਮੌਤ,
ਬੌਧਿਕ ਮੌਤ ਸਾਰਿਆਂ ਤੇ ਨਹੀਂ ਆਉਂਦੀ ਹੈ। ਤੇ ਤੀਸਰੀ ਹੁੰਦੀ ਹੈ ਆਤਮਿਕ ਮੌਤ, ਉਹ ਆਪਾਂ ਸਾਰੇ ਮਰੇ ਬੈਠੇ। ਆਖੋ ਸਤਿਨਾਮ। ਜਿਹੜੀ ਆਤਮਿਕ ਮੌਤ ਹੈ ਨਾ, ਆਤਮਿਕ ਮੌਤ, ਉਹ ਸਾਰੇ ਮਰੇ ਹੋਏ ਆ। ਕਿਵੇਂ? ਇਹ ਗੌਰ ਕਰਿਓ। ਪਹਿਲੀ ਹੈ ਜੀ ਭੌਤਿਕਵਾਦ ਮੌਤ, ਜਿਹੜਾ ਸਰੀਰ ਨੇ ਖਤਮ ਹੋ ਜਾਣਾ ਹੈ। ਆ ਸਰੀਰ ਕਿਸ ਚੀਜ਼ ਤੋਂ ਬਣਿਆ? ਆਪਣਾ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਨਾ ਜੀ। ਇਹਦੇ ਵਿੱਚ ਮਿੱਟੀ ਹੈ, ਇਹਦੇ ਵਿੱਚ ਅੱਗ ਹੈ, ਇਹਦੇ ਵਿੱਚ ਪਾਣੀ ਹੈ, ਆਕਾਸ਼ ਹੈ, ਜਲ ਹੈ। ਇਹ ਸਾਰਿਆਂ ਦਾ ਖਤਮ ਹੋਏਗਾ। ਤੇ ਜਦੋਂ ਮੌਤ ਕਿਸੇ ਦੀ ਹੁੰਦੀ ਹੈ, ਉਦੋਂ ਇਹੋ ਜਿਹਾ ਕੀ ਨਿਕਲਦਾ ਆਪਣੇ ਵਿੱਚੋਂ ਜਿਹੜਾ ਕਹਿੰਦੇ ਬੰਦਾ ਮਰ ਗਿਆ, ਖਤਮ ਹੋ ਗਿਆ। ਕੋਈ ਬੰਦਾ 15-20 ਸਾਲ ਮੰਜੇ ਤੇ ਲੰਮਾ ਲਗਾਤਾਰ ਪਿਆ ਰਹੇ ਬਿਮਾਰ ਹੋ ਕੇ, ਜਲ ਪਾਣੀ ਵੀ ਨਾ ਛਕਦਾ ਹੋਵੇ, ਪ੍ਰਸ਼ਾਦਾ ਵੀ ਛਕ ਨਾ ਹੁੰਦਾ ਹੋਵੇ, ਉਹਦੇ ਸਾਹ ਚੱਲਦੇ ਹੁਣ ਤਾਂ ਆਪਾਂ ਕਹਿੰਦੇ ਆ ਜਿਉਂਦਾ ਹੈ। ਭਾਵੇਂ ਕੁਛ ਨਾ ਕਰ ਸਕਦਾ ਹੋਵੇ, ਆਪਾਂ ਕਹਿੰਦੇ ਜਿਉਂਦਾ ਹੈ। ਇੱਕ ਚੰਗਾ ਭਲਾ ਹੱਟਾ ਕੱਟਾ ਤਕੜਾ ਸਰੀਰ ਦਾ ਹੋਵੇ, ਉਹਦੇ ਸਾਹ ਬੰਦ ਹੋ ਜਾਣ ਤੇ ਆਪਾਂ ਕਹਿੰਦੇ ਮਰ ਗਿਆ, ਸਾਹ ਰੁਕ ਜਾਣ। ਮੌਤ ਕਿਸ ਚੀਜ਼ ਨਾਲ ਹੋਈ? ਸਵਾਸਾਂ ਦਾ ਰੁਕ ਜਾਣਾ ਸਰੀਰ ਦੀ ਮੌਤ ਹੈ, ਸਾਹਾਂ ਦਾ ਰੁਕ ਜਾਣਾ। ਜਿਹੜੀ ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਹੈ, ਇਹ ਕਿਸ ਆਸਰੇ ਚੱਲਦੀ ਹੈ? ਬਾਬੇ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਸੀ। ਅੱਜ ਸਾਇੰਸ ਨਾ ਬਹੁਤ ਇਸ ਚੀਜ਼ ਦੇ ਪਿੱਛੇ ਪਈ ਹੋਈ ਹੈ ਵੀ ਅਸੀਂ ਪਤਾ ਕਰਨਾ ਦੁਨੀਆ ਕਿੱਦਾਂ ਬਣੀ, ਸ੍ਰਿਸ਼ਟੀ ਕਿੱਦਾਂ ਬਣੀ। ਪਰ ਮਾਫ ਕਰਿਓ, ਇਹਦਾ ਜਵਾਬ ਜੇ ਲੈਣਾ ਹੋਵੇ ਤਾਂ ਧਰਮ ਦੀ ਦੁਨੀਆ ਵਿੱਚੋਂ ਮਿਲੇਗਾ, ਹੋਰ ਕਿਤੇ ਨਹੀਂ ਮਿਲੇਗਾ। ਬਾਬੇ ਗੋਰਖਨਾਥ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ। ਕਹਿੰਦਾ ਜੀ ਕਵਨ ਆਰੰਭ ਕਵਨ ਮਤ ਵੇਲਾ। ਧਿਆਨ ਦਿਓ ਇੱਧਰ ਭਾਈ, ਕਵਨ ਆਰੰਭ ਕਵਨ ਮਤ ਵੇਲਾ। ਇਹ ਸੰਸਾਰ ਪੈਦਾ ਕਿੱਥੋਂ ਹੋਇਆ, ਦੁਨੀਆ ਬਣੀ ਕਿੱਥੋਂ ਹੈ? ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਕੀ ਦਿੱਤਾ ਸੀ? ਕਹਿੰਦੇ ਪਵਨ ਆਰੰਭ ਸਤਿਗੁਰੂ ਮਤ ਵੇਲਾ। ਪਵਨ ਕਹਿੰਦੇ ਨੇ ਹਵਾ ਨੂੰ। ਕਹਿੰਦੇ ਸਾਰਾ ਸੰਸਾਰ ਹਵਾ ਤੋਂ ਪੈਦਾ ਹੋਇਆ ਹੈ। ਸਾਹ ਚੱਲਦਾ ਤੇ ਜਿਉਂਦੇ, ਸਾਹ ਖਤਮ ਤੇ ਬੰਦਾ ਖਤਮ ਹੈ। ਸਾਹ ਕੀ ਹਵਾ ਹੀ ਹੈ। ਇਹਦੀ ਮਹਾਰਾਜ ਨੇ ਇੱਕ ਹੋਰ ਗਵਾਹੀ ਦਿੱਤੀ। ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੱਚ ਕੀ ਹੈ? ਪਰਮਾਤਮਾ। ਤੇ ਪਰਮਾਤਮਾ ਤੋਂ ਕਹਿੰਦੇ ਪਵਨ ਭਾਵ ਹਵਾ ਪੈਦਾ ਹੋਈ, ਹਵਾ ਤੋਂ ਸੰਸਾਰ ਪੈਦਾ ਹੋ ਗਿਆ। ਸਾਰਾ ਸੰਸਾਰ ਹਵਾ ਸਿਰ ਤੇ ਹੈ। ਬੰਦਾ ਆਪਣੀ ਜ਼ਿੰਦਗੀ ਵਿੱਚ ਸਾਧ ਸੰਗਤ ਭੋਜਨ ਤੋਂ ਬਿਨਾਂ ਬਹੁਤ ਲੰਮਾ ਸਮਾਂ ਕੱਟ ਸਕਦਾ ਹੈ। ਪ੍ਰਸ਼ਾਦਾ ਨਾ 4 ਦਿਨ ਮਿਲੇਗਾ, 8 ਦਿਨ ਨਹੀਂ ਪ੍ਰਸ਼ਾਦਾ ਮਿਲੇਗਾ ਨਾ, ਤੇ ਸੌਖਾ ਟਾਈਮ ਪਾਸ ਫਿਰ ਵੀ ਆਪਣਾ ਕਰ ਜਾਂਦਾ ਹੈ। ਪਾਣੀ ਮਿਲਣਾ ਬੰਦ ਹੋ ਜਾਵੇ, ਬੰਦਾ ਪਾਣੀ ਤੋਂ ਬਿਨਾਂ ਵੀ ਟਾਈਮ ਪਾਸ ਕਰ ਸਕਦਾ ਹੈ। ਪਰ ਸਾਹ ਤੇ ਇੱਕ ਵਾਰੀ ਬੰਦ ਹੋ ਗਿਆ ਤੇ ਨਾਲ ਹੀ ਕਹਾਣੀ ਖਤਮ ਹੋਇਆ। ਆਖੋ ਸਤਿਨਾਮ। ਇੱਕ ਵੀ ਸਾਹ ਰੁਕਿਆ ਨਹੀਂ। ਸਾਰੀ ਖੇਡ ਸਾਹਾਂ ਦੀ। ਆਪਾਂ ਕਈ ਵਾਰੀ ਕਹਿੰਦੇ ਆ ਪ੍ਰਾਣੀ, ਪ੍ਰਾਣੀ ਦਾ ਭਾਵ ਕੀ? ਜਿਹਦੇ ਵਿੱਚ ਪ੍ਰਾਣ ਹੋਣ, ਸਾਹ ਚੱਲਦੇ ਹੋਣ, ਹੋਵੇ ਪ੍ਰਾਣੀ। ਇਹ ਹੁੰਦੀ ਹੈ ਜੀ ਭੌਤਿਕਵਾਦ ਮੌਤ, ਜਿਹੜੀ ਹਰ ਇੱਕ ਸਰੀਰ ਦੀ ਹੁੰਦੀ ਹੈ। ਦੂਸਰੀ ਮੌਤ ਹੁੰਦੀ ਹੈ ਬੌਧਿਕ ਮੌਤ। ਬੌਧਿਕ ਮੌਤ ਜਿਹਦਾ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਬੌਧਿਕ ਮੌਤ ਹੁੰਦੀ ਹੈ ਇੱਜ਼ਤ ਦੀ ਮੌਤ ਹੋ ਜਾਣੀ। 4 ਬੰਦਿਆਂ ਵਿੱਚ ਤੁਹਾਡਾ ਜਸ ਹੈ, 4 ਬੰਦਿਆਂ ਵਿੱਚ ਤੁਹਾਡੀ ਵਡਿਆਈ ਹੁੰਦੀ ਹੈ, 4 ਲੋਕ ਤੁਹਾਨੂੰ ਜਾਣਦੇ ਆ ਨਾ, ਤਾਂ ਤੁਸੀਂ ਸੰਸਾਰ ਵਿੱਚ ਜਿਉਂਦੇ ਹੋ। ਤੇ ਜੇ ਮਾਰੇ ਕਹਿੰਦੇ ਨੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ 4 ਬੰਦਿਆਂ ਵਿੱਚ ਤੁਹਾਡੀ ਇੱਜ਼ਤ ਨਹੀਂ ਹੈ, ਅਪਜਸ ਹੁੰਦਾ ਹੈ, ਤਾਂ ਮਾਰੇ ਕਹਿੰਦੇ ਜਿਉਂਦਾ ਹੀ ਮਰਿਆ ਹੋਇਆ ਹੈ। ਇਹਨੂੰ ਕਹਿੰਦੇ ਨੇ ਜੀ ਬੌਧਿਕ ਮੌਤ। ਤੇ ਜਿਹੜੀ ਆਪਾਂ ਤੀਸਰੀ ਮੌਤ ਦੀ ਗੱਲ ਕੀਤੀ ਸੀ, ਆਤਮਿਕ ਮੌਤ, ਤੇ ਮੈਂ ਤੁਹਾਨੂੰ ਬੇਨਤੀ ਇਹ ਕੀਤੀ ਸੀ ਨਾਲ ਲੱਗਦੀ ਵੀ ਉਹ ਆਪਾਂ ਸਾਰੇ ਮਰੇ ਹੋਏ ਆ, ਜਿਉਂਦੇ ਵੀ ਮਰੇ ਹੋਏ ਆ। ਆਤਮਿਕ ਮੌਤ ਹੁੰਦੀ ਹੈ ਰੱਬ ਦੀ ਯਾਦ ਭੁੱਲ ਜਾਣੀ। ਆਖੋ ਸਤਿਨਾਮ। ਆਪਣੇ ਆਪ ਦਾ ਚੇਤਾ ਭੁੱਲ ਜਾਣਾ, ਕਿੱਥੋਂ ਆਇਆ, ਕਿੱਥੇ ਰਹਿ ਰਿਹਾ ਤੇ ਅੱਗੇ ਕਿੱਥੇ ਜਾਣਾ। ਕੋਈ ਆਪਾਂ ਆਪਣੇ ਘਰੋਂ ਚੱਲੀਏ, ਕਿਸੇ ਯਾਤਰਾ ਤੇ ਜਾਣਾ ਹੋਵੇ, ਜਾਣ ਵਾਲੇ ਬੰਦੇ ਨੂੰ ਪਤਾ ਹੀ ਨਾ ਹੋਵੇ ਕਿ ਚੱਲਿਆ ਕਿੱਥੋਂ ਹੈ, ਜਾਣਾ ਕਿੱਥੇ ਹੈ, ਪਹੁੰਚਣਾ ਕਿੱਥੇ ਹੈ, ਤੇ ਕਿੱਥੇ ਯਾਤਰਾ ਤੈਅ ਕਰੇਗਾ ਆਪਣੀ, ਉਹ ਕਿੱਥੇ ਸਫ਼ਰ ਪੂਰਾ ਕਰ ਲਏਗਾ। ਮਨੁੱਖ ਨੂੰ ਹੁਣ ਤੱਕ ਇਹੀ ਨਹੀਂ ਪਤਾ ਲੱਗਾ ਕਿ ਮੈਂ ਆਇਆ ਕਿੱਥੋਂ ਹੈ, ਰਹਿ ਕਿੱਥੇ ਰਿਹਾ ਤੇ ਅੱਗੇ ਜਾਣਾ ਕਿੱਥੇ ਹੈ। ਜਿਸ ਦਿਨ ਸਾਨੂੰ ਇਹ ਸਮਝ ਆ ਗਈ ਵੀ ਅਸੀਂ ਆਏ ਕਿੱਥੋਂ ਆ, ਰਹਿ ਕਿੱਥੇ ਰਹੇ ਆ ਤੇ ਜਾਣਾ ਕਿੱਥੇ ਹੈ, ਸਮਝ ਲਓ ਉਸ ਦਿਨ ਤੁਸੀਂ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਲਈ।
ਤੇ ਜਿਨ੍ਹਾਂ ਨੇ 3 ਸਵਾਲ ਹੱਲ ਕਰ ਲਏ ਅੱਜ ਉਹਨਾਂ ਨੂੰ ਆਪਾਂ ਸਦਾ ਨਮਸਕਾਰ ਕਰਦੇ ਹਾਂ। ਆਖੋ ਸਤਨਾਮ। ਇਹਦੇ ਵਿੱਚ ਕੀ ਹੈ? ਗੁਰੂ ਸਾਹਿਬ ਦੀ ਬਾਣੀ ਹੈ। ਇਹਦੇ ਵਿੱਚ 15 ਭਗਤਾਂ ਦੀ ਬਾਣੀ ਹੈ। ਉਹ ਕੌਣ ਸੀ ਜਿਨ੍ਹਾਂ ਨੇ 3 ਸਵਾਲ ਹੱਲ ਕਰ ਲਏ? ਅਸੀਂ ਆਏ ਕਿੱਥੋਂ, ਅਸੀਂ ਰਹਿ ਕਿੱਥੇ ਰਹੇ ਹਾਂ ਤੇ ਜਾਣਾ ਕਿੱਥੇ ਹੈ? ਕਿੱਥੋਂ ਆਇਆ ਮਨੁੱਖ? ਗੁਰੂ ਸਾਹਿਬ ਨੂੰ ਪੁੱਛੋ। ਮਾਰੇ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਤਾ ਨਹੀਂ ਕਿੰਨੇ ਕ ਜਨਮ ਭੋਗ ਕੇ ਆਪਾਂ 84 ਲੱਖ ਜੂਨਾਂ ਭੋਗਦੇ ਭੋਗਦੇ ਆ ਮਨੁੱਖਾ ਸਰੀਰ ਵਿੱਚ ਆਏ ਹਾਂ। ਸਾਡਾ ਪਹਿਲਾ ਘਰ ਕਿੱਥੇ ਸੀ? 84 ਲੱਖ ਜੂਨ। ਜਦੋਂ ਮਨੁੱਖ ਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਕਿ ਮੈਂ ਆਇਆ ਕਿੱਥੋਂ ਆ, ਆਪਣੀ ਅਗਲੀ ਮੰਜ਼ਿਲ ਵੱਲ ਤੁਰੇਗਾ, ਚੱਲ ਪਏਗਾ। ਉਹਨੂੰ ਆਪਣੀ ਮੌਤ ਯਾਦ ਆਉਣ ਲੱਗ ਜਾਏਗੀ ਵੀ ਜੇ ਪਿੱਛੋਂ ਮੈਂ ਆ ਸਭ ਕੁਝ ਭੋਗ ਕੇ ਆਇਆ, ਅੱਗੇ ਵੀ ਮੇਰੇ ਵਾਸਤੇ ਚੱਕਰ ਤਿਆਰ ਹੀ ਫਿਰਦਾ। ਫਿਰ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਇੰਦਾ। ਪਰ ਮਨੁੱਖ ਦਾ ਸੁਭਾਅ ਹੈ ਜੀ ਮਾਫ ਕਰਨਾ। ਮੈਂ ਕੱਲ ਵੀ ਤੁਹਾਡੇ ਉੱਥੇ ਕੁਟਿਆ ਵੀ ਬੇਨਤੀ ਕੀਤੀ ਸੀ, ਬੰਦਾ ਨਾ ਜਦੋਂ ਕਿਸੇ ਦੇ ਘਰੇ ਖੁਸ਼ੀ ਆਉਂਦੀ ਹੈ, ਕਿਸੇ ਦੇ ਘਰੇ ਜਦੋਂ ਖੁਸ਼ੀ ਆਉਂਦੀ ਹੈ ਨਾ ਜੀ, ਤੇ ਹਰ ਬੰਦਾ ਸੋਚਦਾ, ਮੈਂ ਵੀ ਸੋਚਦਾ ਕਿ ਮੇਰੇ ਘਰੇ ਵੀ ਆਏਗੀ। ਅੱਜ ਗਵਾਂਢੀਆਂ ਦੇ ਮੁੰਡੇ ਦਾ ਵਿਆਹ, ਕੱਲ ਨੂੰ ਮੇਰੇ ਦਾ ਵੀ ਹੋਏਗਾ। ਅੱਜ ਗਵਾਂਢੀਆਂ ਘਰੇ ਪੋਤਾ ਹੋਇਆ, ਕੱਲ ਨੂੰ ਸਾਡੇ ਘਰੇ ਵੀ ਖੁਸ਼ੀ ਆਏਗੀ। ਪਰ ਜਦੋਂ ਗਵਾਂਢੀ ਘਰੇ ਕਿਤੇ ਸੋਗ ਦਾ ਕੰਮ ਹੁੰਦਾ ਹੈ, ਮੌਤ ਦਾ ਕੰਮ ਹੁੰਦਾ, ਬੰਦਾ ਕਹਿੰਦਾ ਉਹਦੇ ਘਰੇ ਹੀ ਹੈ, ਮੇਰੇ ਘਰੇ ਨਹੀਂ ਆਉਂਦੀ। ਆਖੋ ਸਤਨਾਮ। ਇਹ ਤੇ ਉਹਨਾਂ ਘਰੇ ਹੀ ਹੈ। ਤੇ ਮਾਰੇ ਕਹਿੰਦੇ ਨੇ ਪਾਰੋਸੀ ਕੇ ਜੋ ਹੁਆ, ਪੜੋਸੀ ਕਹਿੰਦੇ ਨੇ ਗਵਾਂਢੀ ਨੂੰ, ਕਹਿੰਦੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਇਹ ਨਾ ਕਹੇ ਉਹਦੇ ਘਰੇ ਤੇਰੇ ਘਰੇ ਵੀ ਆਈ ਹੈ। ਜੇ ਗਵਾਂਢੀ ਘਰੇ ਅੱਗ ਲੱਗੀ ਹੈ ਨਾ, ਸੋਚ ਵੀ ਉਹਦੇ ਲੱਗੀ ਹੈ ਤੇਰੇ ਨਹੀਂ ਆਏਗੀ। ਉਹ ਕਹਿੰਦੇ ਹੁੰਦੇ ਆ, ਕਹਿੰਦੇ ਆਪਣੇ ਲੱਗੀ ਤਾਂ ਅੱਗ, ਗਵਾਂਢੀ ਤੇ ਲੱਗੀ ਤਾਂ ਕਹਿਣਗੇ ਬਸੰਤਰ, ਵੀ ਤੇਰੇ ਘਰੇ ਆ ਕੇ ਉਹਦੇ ਘਰੇ ਬਸੰਤਰ ਬਣ ਗਿਆ। ਜਦੋਂ ਮਨੁੱਖ ਨੇ ਇਹ ਸੋਚ ਲਿਆ ਕਿ ਖੁਸ਼ੀ ਗਮੀ ਮੇਰੇ ਘਰ ਵਿੱਚ ਵੀ ਆਏਗੀ, ਮੌਤ ਯਾਦ ਰਹੇਗੀ, ਯਾਦ ਰੱਖਿਓ ਰੱਬ ਨੂੰ ਉਹ ਯਾਦ ਕਰੇਗਾ ਜਿਹਨੂੰ ਆਪਣੀ ਮੌਤ ਯਾਦ ਹੋਏਗੀ। ਜਿਹਨੂੰ ਮੌਤ ਨਹੀਂ ਯਾਦ ਉਹ ਰੱਬ ਨੂੰ ਵੀ ਕਦੇ ਯਾਦ ਨਹੀਂ ਕਰ ਸਕਦਾ। ਉਹ ਕਦੇ ਨਹੀਂ ਯਾਦ ਰੱਖੇਗਾ ਇਸ ਚੀਜ਼ ਨੂੰ। ਸੰਸਾਰ ਵਿੱਚ ਮਨੁੱਖ ਆਪਣੀ ਮੌਤ ਨੂੰ ਭੁੱਲ ਕੇ ਹੀ ਪਰਮਾਤਮਾ ਤੋਂ ਟੁੱਟਾ ਫਿਰਦਾ ਨਾ। ਹਾਂ, ਮਾੜੀ ਗੱਲ ਨਹੀਂ ਹੈ ਪਦਾਰਥ ਇਕੱਠੇ ਕਰਨੇ, ਮਾਇਆ ਇਕੱਠੀ ਕਰਨੀ, ਘਰ-ਬਾਰ ਬਣਾਉਣਾ, ਧੀਆਂ ਪੁੱਤਰ ਪਾਲਣੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਕਿ ਗ੍ਰਸਤੀ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ, ਪਰ ਇਹਨਾਂ ਵਿੱਚ ਫਸਣਾ ਨਹੀਂ ਹੈ। ਕਹਿੰਦੇ ਸਿਕੰਦਰ ਬਾਦਸ਼ਾਹ ਜਦੋਂ ਮਰਨ ਲੱਗਾ ਨਾ, ਉਹਦੀ ਮੌਤ ਆਈ, ਉਹਨੇ ਆਪਣੇ ਸਾਰੇ ਸੰਤਰੀ ਮੰਤਰੀ ਇਕੱਠੇ ਕਰ ਲਏ। ਉਹਨਾਂ ਨੂੰ ਕਹਿੰਦਾ ਮੇਰੀਆਂ 3 ਆਖਰੀ ਇੱਛਾ ਨੇ, 3 ਪੂਰੀਆਂ ਕਰ ਦਿਓ। ਸਿਕੰਦਰ ਨੇ ਕਹਿੰਦੇ ਸਾਰੀ ਦੁਨੀਆ ਜਿੱਤੀ ਹੋਈ ਸੀ, ਕਹਿੰਦਾ ਮੇਰੀਆਂ 3 ਆਖਰੀ ਇੱਛਾਵਾਂ ਪੂਰੀਆਂ ਕਰ ਦਿਓ। ਕਹਿੰਦੇ ਕੀ? ਕਹਿੰਦੇ ਜਦੋਂ ਮੇਰੀ ਮੌਤ ਹੋਵੇ ਨਾ, ਮੈਂ ਮਰ ਜਾਵਾਂ ਤੇ ਮੇਰੀ ਅਰਥੀ ਜਿਹੜੀ ਹੈ, ਮੇਰੀ ਅਰਥੀ ਨੂੰ ਮੋਢਾ ਮੇਰੇ ਧੀਆਂ ਪੁੱਤ ਨਾ ਦੇਣ। ਜਿੰਨੇ ਵੈਦ ਜਿੰਨੇ ਹਕੀਮ ਮੇਰਾ ਇਲਾਜ ਕਰਦੇ ਸੀ ਉਹ ਚੁੱਕ ਕੇ ਲੈ ਕੇ ਜਾਣ। ਵਜ਼ੀਰ ਪੁੱਛਦੇ, ਕਹਿੰਦੇ ਜੀ ਕਿਉਂ? ਤੁਹਾਡੇ ਧੀਆਂ ਪੁੱਤ ਕਿਉਂ ਨਾ ਤੁਹਾਡੀ ਅਰਥੀ ਚੁੱਕ ਕੇ ਲੈ ਕੇ ਜਾਣ? ਹੱਕ ਉਹਨਾਂ ਦਾ ਬਣਦਾ ਹੈ, ਤੁਹਾਡੇ ਸਕੇ ਸੰਬੰਧੀਆਂ ਦਾ ਹੱਕ ਬਣਦਾ ਹੈ। ਤੁਸੀਂ ਕਹਿੰਦੇ ਜਿੰਨੇ ਮੇਰਾ ਇਲਾਜ ਕਰਦੇ ਸੀ ਵੈਦ, ਜਿੰਨੇ ਹਕੀਮ ਸੀਗੇ ਉਹ ਚੁੱਕ ਕੇ ਲੈ ਕੇ ਜਾਣ। ਇਹਦਾ ਕਾਰਨ ਕੀ ਹੈ? ਗੌਰ ਕਰਿਓ। ਸਿਕੰਦਰ ਬਾਦਸ਼ਾਹ ਕਹਿਣ ਲੱਗਾ, ਕਹਿੰਦਾ ਮੈਂ ਤਾਂ ਕਹਿ ਰਿਹਾ ਕਿ ਮੇਰੀ ਅਰਥੀ ਨੂੰ ਮੋਢਾ ਹਕੀਮ ਦੇਣ, ਲੋਕਾਂ ਨੂੰ ਪਤਾ ਲੱਗ ਜਾਵੇ ਜਦੋਂ ਮੌਤ ਆਉਂਦੀ ਉਦੋਂ ਵੈਦ ਵੀ ਹਕੀਮ ਵੀ ਬਚਾ ਨਹੀਂ ਸਕਦੇ। ਆਖੋ ਸਤਨਾਮ। ਉਦੋਂ ਡਾਕਟਰ ਕੁਝ ਨਹੀਂ ਕਰ ਸਕਦੇ। ਆਪਾਂ ਬਹੁਤ ਵਾਰੀ ਕਹਿੰਦੇ ਆ ਨਾ ਜੀ, ਇਲਾਜ ਵਧੀਦਾ ਹੁੰਦਾ ਹੈ। ਜੇ ਆਰਾਮ ਆਉਣਾ ਹੋਵੇ ਨਾ, ਵਧੀ ਹੋਵੇ ਕਿਸੇ ਦੀ, ਤਾਂ ਸਵਾਹ ਦੀ ਚੁਟਕੀ ਤੋਂ ਵੀ ਆਰਾਮ ਆ ਜਾਂਦਾ ਹੈ। ਤੇ ਨਾ ਆਉਣਾ ਹੋਵੇ, ਲੋਕੀ 50-50 ਲੱਖ ਰੁਪਇਆ ਲਾ ਕੇ ਡਾਕਟਰ ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ, ਚੁੱਕ ਕੇ ਲੈ ਜਾਓ, ਸੇਵਾ ਕਰ ਲਓ। ਕਹਿੰਦਾ ਮੇਰੀ ਅਰਥੀ ਨੂੰ ਮੇਰੇ ਧੀਆਂ ਪੁੱਤ ਦਾ ਮੋਢਾ ਦੇਣ, ਲੋਕਾਂ ਨੂੰ ਪਤਾ ਲੱਗ ਜਾਵੇ ਵੀ ਜਦੋਂ ਬੰਦੇ ਦਾ ਆਖਰੀ ਸਮਾਂ ਆਉਂਦਾ, ਮੌਤ ਆਉਂਦੀ, ਉਦੋਂ ਕੋਈ ਵੈਦ ਕੋਈ ਹਕੀਮ ਬਚਾ ਨਹੀਂ ਸਕਦਾ ਹੈ। ਕਹਿੰਦੇ ਜੀ 7 ਵਚਨ। ਕਹਿੰਦਾ ਦੂਸਰੀ ਮੇਰੀ ਇੱਛਾ ਇਹ ਹੈ, ਜਦੋਂ ਮੇਰੀ ਮੌਤ ਹੋ ਜਾਵੇ, ਜਿੰਨਾ ਮੈਂ ਸੰਸਾਰ ਵਿੱਚ ਫਿਰ ਕੇ ਲੁੱਟ ਕੇ ਲੋਕਾਂ ਨੂੰ ਮਾਇਆ ਇਕੱਠੀ ਕੀਤੀ ਹੈ, ਧਨ ਪਦਾਰਥ ਇਕੱਠਾ ਕੀਤਾ ਹੈ, ਜਿੱਥੇ ਮੇਰਾ ਸੰਸਕਾਰ ਕਰਨਾ ਹੈ, ਜਿੱਥੋਂ ਦੀ ਮੈਨੂੰ ਲੈ ਕੇ ਜਾਣਾ ਹੈ, ਉਹ ਸਾਰੇ ਰਾਹ ਵਿੱਚ ਮੇਰੀ ਮਾਇਆ ਖਿਲਾਰ ਦਿਓ। ਉਹ ਸਾਰੇ ਰਾਹ ਵਿੱਚ ਮੇਰੀਆਂ ਸੋਨੇ ਦੀਆਂ ਮੋਹਰਾਂ, ਚਾਂਦੀ ਦੀਆਂ ਮੋਹਰਾਂ, ਮਾਇਆ ਪੈਸਾ ਜਿੰਨਾ ਸਾਰਾ ਖਿਲਾਰ ਦਿਓ। ਮੇਰੀ ਅਰਥੀ ਉਹਦੇ ਉੱਪਰ ਦੀ ਲੰਘ ਕੇ ਜਾਵੇ। ਮੰਤਰੀ ਹੱਥ ਜੋੜ ਕੇ ਪੁੱਛਦੇ, ਕਹਿੰਦੇ ਜੀ ਇਦਾਂ ਕਿਉਂ? ਇੱਕ ਤਾਂ ਤੁਹਾਡੀ ਮੰਨ ਲਈ ਵੀ ਤੁਹਾਡੀ ਅਰਥੀ ਨੂੰ ਮੋਢਾ ਤੁਹਾਡੇ ਧੀਆਂ ਪੁੱਤ ਨਹੀਂ ਦੇਣਗੇ,
इदां क्यों करनी है? इन्नी मेहनत करके इन्ने जंग युद्ध लड़ के इन्नी माया इकट्ठी की है, इनू आपां राह विच खिलार देवांगे। ये की कारण इस गल दा जी? सिकंदर बादशाह कहन लगा, मैं तां तुहानूं ये गल कह दिया, मेरी आखिरी इच्छा तां है भी लोकां नूं पता लग जावे जदों बंदे दा आखिरी समा आउंदा फिर माया भी साथ नहीं दिंदी। आखो सतनाम। सारा संसार लुट के मैं खा लिया, सारे संसार ते लड़ाइयां झगड़े कीते, जंग युद्ध कीते, बड़े बड़े देश जित ले, पर जदों आखिरी समा आया तो माया भी साथ नहीं गई, इन्हें भी साथ नहीं दिता मेरा। कहंदे जी ठीक है, दूसरी भी तुहाडी मन लई। कहंदे तीसरी, सिकंदर बादशाह कहंदा जदों मेरी मौत हो जावे, गौर करना, जदों मेरी मौत हो जावे मेरी अर्थी चुक के लैके जावो, मेरे हथ अर्थी तो बाहर लमकदे रखियो। जदों बंदा चढ़ाई करदा आपां अर्थी ते लड़ा के जट्टा कपड़ा पर पा दिंदे आ ना जी, ओदे हथ विच हुंदे आ। सिकंदर बादशाह कहंदा जदों मेरा आखिरी समा आ जावे, दिसदा हुण मैनूं मैं बचना नहीं है, मेरे हथ अर्थी तो बाहर इदां लमकदे रखियो, बाहर नूं रखियो। कहंदे जी इहदा की कारण है, क्यों रखिए तुहाडे हथ इदां बाहर नूं? सिकंदर बादशाह कहन लगा, कहंदा संसार दे लोकां नूं पता लग जावे सारे संसार नूं जितण वाला सिकंदर भी अंत नूं खाली हथी गया। आखो सतनाम। वो भी नहीं लैके गया कुछ, वो भी नहीं कुछ ले, खाली हथी। क्या तैं खटिया कहाँ गवाया, चलो सताब दीवान बुलाया, हर फरमान दरगह का आया। कहंदे बंदे दा आखिरी समा आ जांदा है, जमदूत खड़ जांदे ने पासे आके, चल भी सदा आ गया, तैनूं बुला लिया जिन्हें भेजिया सी। आपां पढ़ के हटे ना हुणे, जेहा चीरी लिखिया तेहा हुक्म कमाए, कल्ले आवे किसी ने तुहानूं भेजिया ते तां आए ना। मैं कल उत्थे बेनती की सी कुटिया भी बंदे दे हथ विच ना जमना ते मरना, दो चीज़ां बंदे दे हथ विच नहीं हैं। तुहाडे च कोई बंदा कोई बीबी हथ खड़ा करके कह दे मैं संसार विच अपनी मर्जी नाल जन्म लिया सी, कोई नहीं कह सकता, मैं भी नहीं कह सकता, ते ना तुहाडे विचों ना मैं ही कह सकदा। गल इह कि जदों जावांगे अपनी मर्जी नाल जावांगे, ना आपां अपनी मर्जी नाल आए आ, ना अपनी मर्जी नाल जा होना। जेहा चीरी लिखिया तेहा हुक्म कमाए, चीरी कहंदे ने चिट्ठी नूं, कहंदे जेहो जा परमात्मा ने तेरे कर्मां दे तेरे मत्थे उपर चिट्ठी लिख के भेजी सी ना, ओहो जिहे कर्म संसार विच कीते, घल्ले तैनूं भेजिया, घल्ले आवे नानका, सद्दिया तां सद्दे तां उठी जाहे, सद लिया वापस ते मुड़ गया लै गए। मनुख दा कहंदे अंतिम समा आया, जमदूत खड़ गए पासे आसे पासे आके, कहंदे चल बई चार गवाया हंड के, चार गवाया सम, लेखा रब मंगेसिया तू आहो केरे काम, चल हिसाब किताब देइए चल के हुण आपां फिर। क्या तैं खटिया कहाँ गवाया, चलो सताब, सताब कहंदे ने छेती जल्दी, चलो सताब दीवान बुलाया, हर फरमान दरगह का आया। कहंदे परमात्मा दे घरों सदा आ गया, चल तैनूं लैके चलीए। ते जिहनूं लैण वास्ते आए सी ना, वो हथ जोड़ के खड़ा हो गया, कहंदा थोड़ा जिहा रुक जाओ, करो अरदास गांव किश बाकी, लियो नवेर आज की राती। भगत रविदास साहब जी की बाणी है। हाथ जोड़ के कहंदा जी मैनूं पता नहीं सी मेरा आखिरी समा एडी छेती आ जाना है, मेरा लोकां कोल माया दित्ती, करजा बहुत है, मैनूं माया इकट्ठी कर लैण दिओ। करो अरदास, हाथ जोड़ के खड़ गया जमदूतां दे अगे, कहंदा मेरी तुहाडे अगे बेनती है, गांव किश बाकी, गांव कहंदे ने पिंड नूं, कहंदे सारे पिंड विच लोकां नूं माया दित्ती, मेरा खलारा बहुत दूर तक दा है, करो अरदास गांव किश बाकी, लियो नवेर आज की राती, एक रात दे दिओ, एक रात दे दिओ, एक रात विच मैं सारा अपना करजा इकट्ठा कर लवांगा, सारी माया इकट्ठी कर लवांगा। करो अरदास गांव किश बाकी, लियो नवेर आज की राती, किश भी खर्च तुम्हारा सारो। हुण देखो गौर करियो भाई, बंदा किन्ना चलाक है, जमदूतां नूं कहंदा थोड़ी बहुती माया तुहानूं भी दे देवांगा, तुहाडा भी खर्चा थोड़ा बहुता तुहानूं। करो अरदास गांव किश बाकी, लियो नवेर आज की राती, किश भी खर्च तुम्हारा सारो, एक रात दे दिओ, एक रात रहन वास्ते, सवेर तक मैं सारी माया इकट्ठी कर लूं, थोड़ी बहुती तुसीं भी लै लिओ विच। किश भी खर्च तुम्हारा सारो, सुबह नमाज सराए गुजारो, सवेरे उठ के मैं नमाज भी पढ़ लूं, रब दा नाम भी ले लूं, फिर मैनूं लै जिओ। आखो सतनाम। वो कहंदे ना हुण नहीं, निकल गया समा।
एक रत्ती बिलम ना देवनी वणजारिया मित्रा, एक सेकंड का समा नहीं कहते दिंदे, फिर उन्नी तकड़े पाए हाथ खिंच के लै जाते ने मारदे कुटदे होया ते समा वो प्रवान हुंदा है जिहड़ा रब दी याद विच निकल जावे। गुरु नानक साहब जी किसे नगर दे पासे वासे लंघते जाते सी, गौर करियो, नगर दे बार बार ना जी शमशान घाट जिवें अपने सारे नगरां विच हुंदा ही है, किसी नगर दे विच नहीं शमशान घाट कदे बनिया हुंदा। हर एक नगर दे हर शहर दे बार बार शमशान घाट सिवे बनाए हुंदे अपने। गुरु नानक साहब लंघे जाण नाल भाई मरदाना भाई बाला, गौर करियो जी, ते ना जी वो शमशान घाट विच कबरां बणियां होईयां ते कबरां दे ना जिथे बंदा दबिया उत्थे एक तख्ती लगी है उपर, वो तख्ती ते पता की लिखिया है, वो तख्ती उपर मरन वाले दा नाम, ओदे पिता दा नाम, ओदी माता दा नाम ते ओदी उम्र किन्नी सी ये लिखिया होया है। भाई मरदाना जी लंघते निगाह मारी, जिन्नियां उत्थे कबरां बणियां होईयां सी सारियां कबरां उपर ना जी तख्तियां लगियां ने ते हैरान इस गल्लों होया भाई मरदाना, किसे दी उम्र 2 साल, किसे दी उम्र 5 साल, किसे दी 10 साल, किसे दी 20 साल, 20 तो उपर है ही कोई नहीं। गुरु नानक साहब जी नूं भाई मरदाना जी पुछदे, कहंदे महाराज ये किदां दा पिंड है, इत्थे जिहड़ा मरदा बच्चा ही मर जांदा है, जवान ही मर जांदा है, 20 साल तो उपर उम्र किसे दी है ही नहीं, ये की कारण हो सकता सच्चे पातशाह जी? गुरु नानक साहब कहण लगे, मरदानिया इस गल का जवाब तो पिंड वाले दे सकते हैं, असीं इत्थे बैठदे हां, तू पिंडों जाके जवाब ले आ। एक गल अपने पल्ले बन्निओ नोट रखियो जी, गुरु नानक साहब जी ने अपनी जिंदगी विच 4 उदासियां कीतियां, आपां सारियां नूं पता है। सच्चे पातशाह जिथे जिथे भी गए ने, जेड़े भी नगर विच गए ने, जेड़े भी शहर विच गए ने, गुरु नानक साहब ने कदे शहर दे विच जाके अपना डेरा नहीं लाया, जदों बैठे ने पिंडों बाहर ही बैठे ने। जे गुरु नानक साहब जी उदासियां तो वापस मुड़ते अपने पिंड भी जाते सी ना, भाई इधर ध्यान दिओ, जदों अपने पिंड भी जाते सी ना महाराज तलवंडी, तां भी महाराज अपने घर नहीं सी कदे जाते, हमेशा पिंडों बार बार जाके बैठते हुंदे सी, उत्थे आके परिवार मिलदा सी ते फिर बेनती करके घर लैके जाते हुंदे सी, पता नहीं की मौज होएगी। महाराज कहण लगे, मरदानिया असीं इत्थे बैठदे, तू जाके पता करिया भी ये नगर दे विच सारे 20 साल तो उपर कोई जांदा ही नहीं, कोई 2 साल का मर जाता है, कोई 4 साल का, कोई 10 साल का, कोई 15 साल का, 20 तो उपर है ही कोई नहीं इत्थे। भाई मरदाना साहब जी गुरु नानक साहब जी बैठ गए ते पिंड वालों तुर पे। अगे ना जी अपने पिंडां विच माफ करियो हुण ते बहुत घट गया काम, ये सत्थां बड़ियां हुंदियां सी, सत्थां जेड़े मेरी उम्र दे उन्हां नूं तो बिल्कुल नहीं पता सत्थ की हुंदी है, पुराने बजुर्गां नूं पता है। सत्थां दे विच बजुर्ग बैठदे सी सियाणे, बार बार पिंड के साथ विच बैठे 10-15 जाने बजुर्ग, कोई 80 साल का, कोई 90 साल का, कोई 100 साल का भी बैठा। भाई मरदाना जी हैरान हो गए, कहते कबरां विच किसी दी 20 साल तो वध नहीं, इत्थे 100-100 साल दे बैठे है, बड़ी हैरानी की गल है। भाई साहब जी गए बजुर्गों के कोल ते जाके हाथ जोड़ के कहण लगे, बजुर्गो मैं एक बेनती है, मेरी एक सवाल पूछना चाहना है। कहते जी पुछो। कहते जेड़े वो बड़ियां बड़ियां सिवे बने वो तुहाडे नगर दे ही है? कहते जी साडे नगर दे ही है। कहते सवाल मेरा ये है भी उत्थे जेड़ा बंदा मरदा है जिहदी कबर बनी हुई है, उत्थे ओहदा नाम लिखिया, ओहदे पिता दा नाम लिखिया होया है, उत्थे ओहदी उम्र लिखी हुई है? कहते बिल्कुल लिखी हुई है। कहते जी सवाल ये है भी उत्थे तां किसी दी उम्र 20 साल तो उपर नहीं, इत्थे तुसीं 80-80 साल दे बैठे हो, इहदा कारण की है? उन्हां बजुर्गां ने बहुत सोहना एक जवाब दिता। संगत जी गौर करियो, जे आपां इस गल नूं समझ लईए ना ते बंदा कदे अपनी जिंदगी विच घाटा नहीं खाएगा। जवाब की दिता उन्हां बजुर्गां ने? कहण लगे जदों साडे पिंड किसी दी मौत हुंदी आ ना, साडे पिंड जदों कोई मरदा है, कहंदे असीं इकट्ठे हो के सारे जाने पिट सियापा नहीं करदे, रोण नहीं लगदे। कहंदे की करदे हो तुसीं? भाई मरदाना जी पुछदे है। कहंदे असीं इकट्ठे हो के सारा हिसाब किताब करदे ओहदी जिंदगी दा। की हिसाब किताब करदे हो?
ਕਹਿੰਦੇ ਅਸੀਂ ਹਿਸਾਬ ਕਿਤਾਬ ਇਹ ਕਰਦੇ ਵੀ ਇਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਸਤਸੰਗ ਕਿੰਨਾ ਕੀਤਾ, ਇਹਨੇ ਸੇਵਾ ਕਿੰਨੀ ਕੀਤੀ, ਇਹਨੇ ਬਾਣੀ ਕਿੰਨੀ ਪੜ੍ਹੀ, ਇਹਨੇ ਨਾਮ ਕਿੰਨਾ ਜਪਿਆ। ਕਹਿੰਦੇ ਸਾਰਾ ਹਿਸਾਬ ਕਿਤਾਬ ਲਾ ਕੇ ਨਾ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਉਹ ਬਜ਼ੁਰਗ, ਕਹਿੰਦੇ ਸਾਰਾ ਹਿਸਾਬ ਕਿਤਾਬ ਲਾਈਦਾ ਵੀ ਇੰਨਾ ਸਮਾਂ ਬੰਦੇ ਨੇ ਰੱਬ ਦੇ ਲਾਈਨ ਵਾਲੇ ਰੱਬ ਵਾਲੇ ਪਾਸੇ ਆਪਣਾ ਟਾਈਮ ਲਾਇਆ। ਸਾਰੀ ਜ਼ਿੰਦਗੀ ਵਿੱਚੋਂ ਜਿੰਨਾ ਸਮਾਂ ਰੱਬ ਦੇ ਪਾਸੇ ਲੱਗੇ ਵਾਲਾ ਬਣਦਾ ਸੀ ਉਹ ਉਮਰ ਲਿਖਦੇ ਆ। ਆਖੋ ਸਤਨਾਮ। ਅਸੀਂ ਉਹਨੂੰ ਉਮਰ ਗਿਣਦੇ, ਹੋਰ ਕਿਸੇ ਨੂੰ ਉਮਰ ਨਹੀਂ ਗਿਣਦੇ। ਉਮਰ ਊਹਾਂ ਵਿੱਚ ਲਿਖੇ ਤੇ ਜੋ ਯਾਦ ਸਾਈਂ ਦੇ ਵਿੱਚ ਗੁਜ਼ਰੇ ਪੈਂਦੀ ਮੁਜਰੇ। ਅਸੀਂ ਕਹਿੰਦੇ ਉਹਨੂੰ ਉਮਰ ਗਿਣਦੇ ਆ। ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੇ। ਜਿਹੜਾ ਰੱਬ ਦੇ ਯਾਦ ਵਿੱਚ ਰੱਬ ਦੇ ਪਿਆਰ ਵਿੱਚ ਸਮਾਂ ਬਤੀਤ ਹੋ ਜਾਣਾ। ਹੁਣ ਵੇਖੋ ਵੀ ਸਾਰੇ ਇੱਥੇ ਬੈਠੇ ਹੋ ਨਾ, ਚਾਹੇ ਆਪਾਂ 1 ਘੰਟਾ ਲਾ ਦਈਏ, ਚਾਹੇ ਆਪਾਂ 1.5 ਘੰਟਾ ਲਾ ਦਈਏ, ਚਾਹੇ ਆਪਾਂ 15 ਮਿੰਟ ਹੀ ਲਾ ਦਈਏ, ਇੱਥੇ ਬੈਠਿਆਂ ਦਾ ਇੱਕ ਇੱਕ ਸਕਿੰਟ ਤੁਹਾਡਾ ਲਿਖਿਆ ਜਾਣਾ ਵੀ ਕਿਸੇ ਚੰਗੇ ਅਰਥ ਲੱਗਾ ਹੋਇਆ ਹੈ। ਇਹ ਸਮਾਂ ਸਫਲਾ ਹੈ ਆਪਣਾ ਸਾਰਿਆਂ ਦਾ। ਮੈਂ ਆਪ ਜੀ ਨੂੰ ਬੇਨਤੀ ਕਰਦਾ ਸੀ, ਪਹਿਲੀ ਹੁੰਦੀ ਹੈ ਭੌਤਿਕਵਾਦ ਮੌਤ, ਜਿਹੜੀ ਆਪਣੇ ਸਾਰਿਆਂ ਦੇ ਉੱਪਰ ਆਉਂਦੀ ਹੈ, ਤੇ ਦੂਜੀ ਹੈ ਜੀ ਬੌਧਿਕ ਮੌਤ, ਇੱਜ਼ਤ ਦੀ ਮੌਤ। ਕਿਸੇ ਦੀ ਇੱਜ਼ਤ ਭਰੀ ਸਭਾ ਵਿੱਚ ਲੈ ਜਾਣੀ, ਬੇਇੱਜ਼ਤੀ ਹੋ ਜਾਣੀ। ਜਿਹੜੀ ਬੌਧਿਕ ਮੌਤ ਆ ਨਾ ਜੀ, ਉਹਦਾ ਹੁੰਦੀ ਸਾਰਿਆਂ ਦੀ, ਪਰ ਪਤਾ ਕਿਸੇ ਕਿਸ ਨੂੰ ਲੱਗਦਾ। ਉਹ ਕਿਵੇਂ ਭਲਾ? ਜਿਹੜੇ ਬੰਦੇ ਕੋਲ ਦਿਮਾਗ ਨਾਂ ਦੀ ਚੀਜ਼ ਹੋਏਗੀ ਨਾ, ਉਹ ਬੰਦਾ ਬੇਇੱਜ਼ਤੀ ਫੀਲ ਕਰੇਗਾ ਆਪਣੀ, ਕਿ 4 ਬੰਦਿਆਂ ਵਿੱਚ ਮੇਰੀ ਬੇਇੱਜ਼ਤੀ ਇਸ ਗਲਤੀ ਕਰਕੇ ਹੋਊਗੀ। 4 ਦਿਨ ਘਰੋਂ ਨਿਕਲਣ ਤੋਂ ਵੀ ਡਰਦਾ ਫਿਰ। ਤੇ ਜਿਹੜਾ ਹੋਵੇ ਬੇਸ਼ਰਮ, ਉਹ ਤਾਂ ਗਲੀ 'ਚ ਖੜਾ ਹੋ ਕੇ ਭੰਗੜਾ ਪਾਊ, ਮੈਂ ਤੇ ਇਦਾਂ ਹੀ ਕਰੂੰ। ਆਖੋ ਸਤਨਾਮ। ਉਹਦਾ ਤਾਂ ਕਿਉਂਕਿ ਵਿਚਾਰ ਨਹੀਂ ਹੈ, ਬੁੱਧੀ ਨਹੀਂ ਹੈ। ਤੇ ਤੀਸਰੀ ਹੁੰਦੀ ਹੈ ਆਤਮਿਕ ਮੌਤ। ਆਤਮਿਕ ਮੌਤ ਹੈ ਰੱਬ ਦੀ ਯਾਦ ਭੁੱਲ ਜਾਣੀ, ਰੱਬ ਦਾ ਨਾਮ ਭੁੱਲ ਜਾਣਾ। ਤੇ ਆਪੋ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਓ ਕਿੰਨਾ ਕੁ ਆਪਾਂ ਨੂੰ ਰੱਬ ਯਾਦ ਹੈ। ਆਖੋ ਸਤਨਾਮ। ਜੇ ਨਹੀਂ ਯਾਦ ਤੇ ਸਾਰੇ ਜਿਉਂਦੇ ਹੀ ਮਰੇ ਹੋਏ ਆ, ਸਾਰੇ ਮਰੇ ਹੋਏ ਆ। ਰੱਬ ਦਾ ਨਾਮ ਭੁੱਲ ਜਾਣਾ ਕਿੰਨੀ ਕੁ ਵੱਡੀ ਸਜ਼ਾ ਹੈ। ਤੇ ਗੁਰੂ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ, ਪਾਹੇ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਕਹਿੰਦੇ ਕਿਸੇ ਸਤਪੁਰਸ਼ ਦੀ, ਕਿਸੇ ਮਹਾਤਮਾ ਦੀ ਹੱਤਿਆ ਕਰ ਦੇਣੀ, 4 ਤਰ੍ਹਾਂ ਦੇ ਪਾਪ ਵੱਡੇ ਮੰਨੇ ਗਏ ਨੇ। 4 ਬ੍ਰਾਹਮਣ ਕੈਲੀ ਘਾਤ, ਕੈਲੀ ਕਹਿੰਦੇ ਨੇ ਗਊ ਨੂੰ, ਗਾਂ ਨੂੰ, ਕਹਿੰਦੇ ਗਾਂ ਮਾਰ ਦੇਣੀ, ਕਿਸੇ ਸਤਪੁਰਸ਼ ਦੀ ਹੱਤਿਆ ਕਰ ਦੇਣੀ, ਜਾਂ ਕਿਸੇ ਕੰਨਿਆ ਨੂੰ ਮਾਰ ਦੇਣਾ, ਜਾਂ ਕਿਸੇ ਮਨਮੁਖ ਦਾ ਧਨ ਖਾ ਲੈਣਾ, ਜਾਂ ਪਾਪ ਕਰਕੇ ਮਾਇਆ ਇਕੱਠੀ ਰੱਖ ਲੈਣੀ। ਇਹ 4 ਪਾਪ ਉਸ ਬੰਦੇ ਨੂੰ ਬਿਨਾਂ ਕੀਤਿਆਂ ਲੱਗਦੇ ਜਿਹੜਾ ਰੱਬ ਦੀ ਯਾਦ ਭੁੱਲ ਜਾਂਦਾ ਹੈ। ਆਖੋ ਸਤਨਾਮ। ਜਿਹਨੂੰ ਰੱਬ ਭੁੱਲ ਜਾਂਦਾ ਬਿਨਾਂ ਕੀਤਿਆਂ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਪਾਹੇ ਤੇ ਜਾਹੇ ਵਿਸਰ। ਕਹਿੰਦੇ ਸਾਰੇ ਦੇ ਸਾਰੇ ਉਸ ਬੰਦੇ ਨੂੰ ਲੱਗਣਗੇ ਜਿਹਨੂੰ ਰੱਬ ਦਾ ਨਾਮ ਭੁੱਲ ਗਿਆ, ਰੱਬ ਦੀ ਯਾਦ ਭੁੱਲ ਗਈ। ਇਸ ਕਰਕੇ ਭਾਈ ਸਦਾ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ, ਮਨ ਵਿੱਚ ਵਸਾਉਣਾ ਚਾਹੀਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣੇ ਔਖਾ ਸਾਚਾ ਨਾਮ। ਗੁਰੂ ਸਾਹਿਬ ਤਾਂ ਆਪਣੀ ਬਾਣੀ ਵਿੱਚ ਇੱਥੋਂ ਤੱਕ ਵੀ ਕਹਿੰਦੇ ਆ, ਜੇ ਰੱਬ ਦੀ ਯਾਦ ਹੈ ਤਾਂ ਬੰਦਾ ਜਿਉਂਦਾ, ਨਹੀਂ ਤੇ ਮਰਿਆਂ ਦੇ ਬਰਾਬਰ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀ ਹੈ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਤੁਸੀਂ ਸਾਰੇ ਇਸ ਘਟਨਾ ਤੋਂ ਭਲੀ ਬਾਤ ਜਾਣੂ ਹੋਵੋਗੇ। ਗੁਰੂ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਮਹਾਂਪੁਰਸ਼ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਇੱਕ ਬਹੁਤ ਸੋਹਣਾ ਬਚਨ ਕਰਦੇ ਹੁੰਦੇ ਸੀ। ਉਹ ਕਹਿੰਦੇ 5 ਗੁਣ ਹਰ ਬੰਦੇ ਵਿੱਚ ਨਹੀਂ ਹੁੰਦੇ। 5 ਗੁਣ ਕਿਹੜੇ ਕਿਹੜੇ ਭਲਾ? ਹੁਣ ਤੱਕ ਇੱਕੋ ਬੰਦੇ ਵਿੱਚ ਹੋਏ ਨੇ 5 ਗੁਣ, ਇੱਕੋ ਬੰਦੇ ਕੋਲ। ਅਤ ਸੁੰਦਰ, ਬਹੁਤ ਸੋਹਣੀ ਸ਼ਕਲ ਹੋਵੇ, ਬਹੁਤ ਸੁਹੱਪਣ ਵੀ ਹੋਵੇ। ਕੁਲੀਨ, ਉੱਚੀ ਕੁਲ ਵਿੱਚ ਜਨਮ ਵੀ ਹੋਇਆ ਹੋਵੇ। ਅਤ ਸੁੰਦਰ ਕੁਲੀਨ ਚਤੁਰ, ਚਲਾਕ ਵੀ ਸਿਰੇ ਦਾ ਹੋਵੇ। ਮੁਖ ਗਿਆਨੀ ਵਿਦਵਾਨ ਵੀ ਸਿਰੇ ਦਾ ਹੋਵੇ, ਗੱਲਾਂ ਵੀ ਬਹੁਤ ਸੋਹਣੀਆਂ ਕਰਦਾ ਹੋਵੇ। 4 ਬੰਦਿਆਂ ਵਿੱਚ ਇੱਜ਼ਤ ਮਾਣ ਵੀ ਹੋਵੇ। ਧਨਵੰਤ, ਮਾਇਆ ਵੀ ਖੁੱਲੀ ਹੋਵੇ। ਇਹ 5 ਦੇ 5 ਗੁਣ ਕਹਿੰਦੇ ਇੱਕ ਬੰਦੇ 'ਚ ਕਦੇ ਇਕੱਠੇ ਨਹੀਂ ਹੁੰਦੇ। ਹੁਣ ਤੱਕ ਹੋਏ ਆ ਤੇ ਰਾਵਣ ਦੇ ਵਿੱਚ ਹੋਏ ਆ 5 ਗੁਣ। ਰਾਵਣ ਵਰਗਾ ਸੋਹਣਾ ਕੋਈ ਨਹੀਂ ਸੀ। ਅਤ ਸੁੰਦਰ ਕੁਲੀਨ, ਉੱਚੀ ਕੁਲ ਵਿੱਚ ਜਨਮ ਵੀ ਲਿਆ ਰਾਵਣ ਨੇ। ਹੁਣ ਦੁਸਹਿਰਾ ਅੱਗੇ ਆਉਣਾ, ਆਪਾਂ ਸਾਰਿਆਂ ਨੇ ਵੇਖੋ ਦਾ ਕੀ ਬਣਦਾ। ਸਿਰਫ ਇੱਕੋ ਕੰਮ ਕਰਕੇ ਘਾਟਾ ਖਾ ਗਿਆ। ਅਤ ਸੁੰਦਰ ਕੁਲੀਨ ਚਤੁਰ, ਰਾਵਣ ਵਰਗਾ ਚਲਾਕ ਸਾਰੇ ਸੰਸਾਰ ਵਿੱਚ ਕਹਿੰਦੇ ਹੁਣ ਤੱਕ ਕੋਈ ਪੈਦਾ ਨਹੀਂ ਹੋਇਆ। ਮੁਖ ਗਿਆਨੀ, ਉਹਦੇ ਵਰਗਾ ਵਿਦਵਾਨ ਕੋਈ ਨਹੀਂ ਸੀ। 4 ਵੇਦ 6 ਸ਼ਾਸਤਰ, ਰਾਵਣ ਨੂੰ ਜ਼ਬਾਨੀ ਯਾਦ ਸਨ।
ਜਿਹੜੇ ਆਪਾਂ ਥਾਂ ਥਾਂ ਹੱਥ ਵਿਖਾਉਂਦੇ ਫਿਰਦੇ ਨਾ ਜੋਤਸ਼ੀਆਂ ਕੋਲੋਂ ਜੋਤਿਸ਼ ਵਿਦਿਆ, ਇਹ ਜੋਤਿਸ਼ ਵਿਦਿਆ ਵੀ ਰਾਵਣ ਦੀ ਸ਼ੁਰੂ ਕੀਤੀ ਹੋਈ ਹੈ। ਆਖੋ ਸਤਿਨਾਮ। ਇਹ ਰਾਵਣ ਇੰਨਾ ਤਕੜਾ ਵਿਦਵਾਨ ਸੀ, ਉਹ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਵਿਦਵਾਨ ਬਹੁਤ ਤਕੜਾ ਸੀ, ਧਨਵੰਤ। ਉਹਦੇ ਜਿੰਨੀ ਮਾਇਆ ਹੁਣ ਤੱਕ ਕਿਸੇ ਕੋਲ ਨਹੀਂ ਹੋਈ, ਪਰ ਘਾਟਾ ਕਿੱਥੇ ਖਾਦਾ? ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਰੱਬ ਭੁੱਲ ਗਿਆ। ਮਾੜੀ ਕਰਤੂਤ ਕਰ ਬੈਠਿਆ, ਸੀਤਾ ਮਾਤਾ ਚੁੱਕ ਕੇ ਲੈ ਗਿਆ। ਹੁਣ ਤੱਕ ਪੁਤਲੇ ਫੂਕ ਹੁੰਦੇ। ਆਖੋ ਸਤਿਨਾਮ। ਹੁਣ ਤੱਕ ਫੂਕਦੇ ਆਪਾਂ ਕਿ ਨਹੀਂ ਫੂਕਦੇ? ਆਏ ਸਾਲ ਪਟਾਕੇ ਪੈਂਦੇ ਆ, ਆਏ ਸਾਲ ਲੰਤ ਪੈਂਦੀ ਕਿ ਨਹੀਂ ਪੈਂਦੀ ਹੈ? ਕਿਉਂ? ਸਿਰਫ ਰੱਬ ਨੂੰ ਭੁਲਾ ਦਿੱਤਾ, ਰੱਬ ਦੀ ਯਾਦ ਭੁਲਾ ਦਿੱਤੀ। ਇੱਕ ਛੋਟੀ ਜਿਹੀ ਬੇਨਤੀ ਕਰਕੇ ਮੈਂ ਸਮਾਪਤੀ ਵੱਲ ਨੂੰ ਆਵਾਂ, ਤਕਰੀਬਨ ਸਮਾਂ ਆਪਣਾ ਹੋ ਚੱਲਿਆ। ਗੁਰੂ ਨਾਨਕ ਸਾਹਿਬ ਜੀ ਦਾ ਜੀ ਇੱਕ ਸਿੱਖ ਹੋਇਆ ਭਾਈ ਮੂਲਾ, ਸਿਆਲਕੋਟ ਤੇ ਰਹਿਣ ਵਾਲਾ ਸੀ ਭਾਈ ਮੂਲਾ। ਇਸੇ ਨਗਰ ਦੇ ਵਿੱਚ ਇੱਕ ਫਕੀਰ ਰਹਿੰਦਾ ਸੀ, ਸਾਧੂ ਰਹਿੰਦਾ ਸੀ, ਉਹਦਾ ਨਾਮ ਸੀ ਹਮਜ਼ਾ ਗੌਸ। ਮੁਸਲਮਾਨ ਫਕੀਰ ਸੀ ਉਹ। ਜਿਨ੍ਹਾਂ ਨੂੰ ਮੌਤ ਯਾਦ ਹੈ ਉਹਨਾਂ ਵਿੱਚ ਕੀ ਉਹ ਕਿਹੋ ਜਿਹੇ ਹੁੰਦੇ, ਜਿਨ੍ਹਾਂ ਨੂੰ ਭੁੱਲੀ ਉਹ ਕਿਹੋ ਜਿਹੇ ਹੁੰਦੇ, ਮੈਂ ਤੁਹਾਨੂੰ ਇਹ ਬੇਨਤੀ ਕਰਨ ਲੱਗਿਆ। ਨਾਲ ਹੀ ਆਪਾਂ ਸਮਾਪਤੀ ਕਰ ਦੇਵਾਂਗੇ। ਹਮਜ਼ਾ ਗੌਸ ਫਕੀਰ ਸਿਆਲਕੋਟ ਦੇ ਰਹਿਣ ਵਾਲਾ ਸੀ। ਕਹਿੰਦੇ ਉਹ ਨਗਰ ਦੇ ਵਿੱਚ ਕਿਸੇ ਸੇਠ ਦੇ ਬੱਚਾ ਨਹੀਂ ਸੀ, ਉਹਦੇ ਘਰ ਵਿੱਚ ਔਲਾਦ ਨਹੀਂ ਸੀ। ਉਹ ਗਿਆ, ਉਹ ਮਹਾਂਪੁਰਸ਼ਾਂ ਕੋਲ ਫਕੀਰ ਦੇ ਕੋਲ ਗਿਆ, ਹੱਥ ਜੋੜ ਕੇ ਸੁਖਣਾ ਸੁਖੀ ਕਹਿੰਦਾ, ਮਹਾਂਪੁਰਸ਼ੋ ਫਕੀਰ ਸਾਈਂ ਮੇਰੇ ਘਰੇ ਬੱਚਾ ਨਹੀਂ, ਔਲਾਦ ਨਹੀਂ ਹੈਗੀ, ਕਿਰਪਾ ਕਰੋ ਮੇਰੇ ਘਰੇ ਬੱਚਾ ਹੋ ਜਾਵੇ। ਪਹਿਲਾ ਬੱਚਾ ਮੈਂ ਤੁਹਾਨੂੰ ਦੇਵਾਂਗਾ, ਪਹਿਲਾ ਬੱਚਾ ਮੈਂ ਤੁਹਾਡੇ ਭੇਟ ਕਰਾਂਗਾ। ਕਹਿੰਦੇ ਰੱਬ ਦੇ ਫਕੀਰ ਨੇ, ਹਮਜ਼ਾ ਗੌਸ ਨੇ ਪਰਮਾਤਮਾ ਦੀ ਦਰਗਾਹ ਵਿੱਚ ਅਰਦਾਸ ਕੀਤੀ, ਅਰਦਾਸ ਕਬੂਲ ਹੋ ਗਈ। ਉਹਦੇ ਘਰੇ ਬੱਚੇ ਨੇ ਜਨਮ ਲਿਆ। ਸਮਾਂ ਪਾ ਕੇ, ਸਮਾਂ ਪਾ ਕੇ ਦੂਸਰੇ ਬੱਚੇ ਨੇ ਵੀ ਜਨਮ ਲਿਆ। ਜਦੋਂ ਦੂਸਰਾ ਬੱਚਾ ਹੋ ਗਿਆ ਤੇ ਹਮਜ਼ਾ ਗੌਸ ਫਕੀਰ ਉਹ ਕਹਿੰਦੇ ਉਹ ਸੇਠ ਦੇ ਘਰੇ ਗਿਆ ਚੱਲ ਕੇ, ਕਹਿੰਦਾ ਲਿਆਓ ਜੀ ਮੇਰੀ ਅਮਾਨਤ ਮੈਨੂੰ ਦੇ ਦਿਓ, ਜਿਹੜੀ ਸੁਖਣਾ ਸੁਖੀ ਸੀ ਉਹ ਦੇ ਦਿਓ। ਮੌਤ ਯਾਦ ਰਹਿੰਦੀ ਹੈ ਤੇ ਬੰਦੇ ਨਾਲ ਕੀ ਵਾਪਰਦਾ, ਨਹੀਂ ਰਹਿੰਦੀ ਤਾਂ ਕੀ ਵਾਪਰਦਾ, ਮੈਂ ਤੁਹਾਨੂੰ ਇਹ ਬੇਨਤੀ ਕਰਨ ਲੱਗਿਆ। ਹਮਜ਼ਾ ਗੌਸ ਫਕੀਰ ਕਹਿੰਦਾ ਲਿਆ ਭਾਈ ਮੇਰੀ ਸੁਖਣਾ ਮੈਨੂੰ ਦੇ ਦੇ। ਤੂੰ ਕਹਿੰਦਾ ਸੀ ਮੇਰੇ ਘਰੇ ਬੱਚਾ ਹੋ ਜਾਵੇ, ਪਹਿਲਾਂ ਮੈਂ ਤੈਨੂੰ ਦੇਵਾਂਗਾ। ਤੇਰੇ ਦੋ ਹੋ ਗਏ, ਇੱਕ ਸਾਡਾ ਇੱਕ ਤੇਰਾ। ਹੁਣ ਤੁਹਾਨੂੰ ਪਤਾ ਬੱਚਿਆਂ ਦਾ ਮੋਹ, ਨਾਲੇ ਬੰਦਾ ਸੁਖਣਾ ਸੁਖਣ ਲੱਗਾ ਨਹੀਂ ਸੋਚਦਾ ਕੀ ਕਹਿ ਰਿਹਾ ਆਪਣੇ ਮੂੰਹੋਂ ਮੈਂ। ਯਾਦ ਰੱਖਿਓ, ਸਿਆਣੇ ਕਹਿੰਦੇ ਨੇ ਉਹਨਾਂ ਕੁ ਮੂੰਹੋਂ ਬੋਲ ਕੇ ਸੁੱਖ ਸੁੱਖੋ ਜਿੰਨਾ ਕੁ ਤੁਹਾਡੇ ਪੈਰ ਭਾਰ ਚੱਲਦੇ ਹੋਣ। ਕਈ ਵਾਰੀ ਬੰਦਾ ਨਾ ਗੱਲਾਂ ਗੱਲਾਂ ਵਿੱਚ ਫੂਕ ਵਿੱਚ ਆ ਕੇ ਬਹੁਤ ਵੱਡੀ ਛਾਲ ਮਾਰ ਜਾਂਦਾ, ਮੁੜ ਕੇ ਉਹ ਗੱਲ ਨਹੀਂ ਬਣਦੀ ਹੈ, ਫਿਰ ਉਹ ਦੇਣਾ ਔਖਾ ਹੋ ਜਾਂਦਾ। ਕਹਿਣ ਲੱਗਾ ਲਿਆ ਵੀ ਮੇਰਾ ਜਿਹੜਾ ਮੇਰੀ ਸੁਖਣਾ ਸੀ ਪਹਿਲਾ ਬੱਚਾ ਮੈਨੂੰ ਦੇਣਾ ਸੀ ਉਹ ਦੇ ਦਿਓ। ਤੇ ਉਹ ਸੇਠ ਦੇ ਘਰ ਵਾਲੀ ਬੀਬੀ ਕਹਿੰਦੀ ਹੈ ਸੇਠ ਨੂੰ, ਕਹਿੰਦੀ ਜੀ ਬੱਚਾ ਦੇਣਾ ਸੌਖੀ ਖੇਡ ਹੈ ਕਿਤੇ, ਮਾਵਾਂ ਨੂੰ ਆਪਣੇ ਪੁੱਤ ਛੱਡਣੇ ਸੌਖੀ ਖੇਡ ਹੈ ਕਿਤੇ। ਉਹ ਕਹਿੰਦੀ ਹੈ ਇਸ ਫਕੀਰ ਨੂੰ ਪੁੱਛੋ, ਇਹਦੇ ਵੱਟੇ ਮਾਇਆ ਲੈ ਲਾ ਜਿੰਨੀ ਲੈਣੀ ਹੈ, ਤੈਨੂੰ ਸੋਨੇ ਦੀਆਂ ਮੋਹਰਾਂ ਦੇ ਦਿੰਨੇ, ਤੈਨੂੰ ਖਾਣ ਵਾਸਤੇ ਪਦਾਰਥ ਦੇ ਦਿੰਨੇ, ਤੈਨੂੰ ਸੋਹਣੇ ਕੱਪੜੇ ਦੇ ਦਿੰਨੇ ਆ, ਮਾਇਆ ਲੈ ਲਾ, ਜ਼ਮੀਨ ਲੈ ਲਾ, ਪੁੱਤ ਨਹੀਂ ਦੇਣਾ, ਪੁੱਤ ਨਹੀਂ ਦੇਣਾ ਹੈ। ਮੈਂ ਤੁਹਾਨੂੰ ਕੱਲ ਉੱਥੇ ਕੁਟੀਆ ਸ਼ਾਇਦ ਤੁਹਾਡੇ ਚੋਂ ਜਿਹੜੇ ਹਾਜ਼ਰ ਹੋਣਗੇ ਉਹਨਾਂ ਨੂੰ ਪਤਾ ਹੋਏਗਾ, ਜਿੰਨਾ ਮਾਂ ਤੇ ਪੁੱਤ ਦਾ ਪਿਆਰ ਹੁੰਦਾ ਇੰਨਾ ਕਿਸੇ ਰਿਸ਼ਤੇ ਦਾ ਆਪਸ ਵਿੱਚ ਪਿਆਰ ਨਹੀਂ ਹੁੰਦਾ ਹੈ। ਜਿੰਨਾ ਮਾਂ ਬੱਚੇ ਨੂੰ ਆਪਣੇ ਨਾਲ ਲਾ ਕੇ ਰੱਖਦੀ, ਬਿਨਾਂ ਕਿਸੇ ਕਪਟ ਤੋਂ, ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਮਤਲਬ ਤੋਂ, ਇੰਨਾ ਕੋਈ ਨਹੀਂ ਕਰਦਾ ਹੈ। ਧੀਆਂ ਪੁੱਤ ਵੀ ਆਪਣੇ ਨਹੀਂ ਕਰਦੇ ਹਨ। ਤੇ ਯਾਦ ਰੱਖਿਓ, ਮੈਂ ਕੱਲ ਤੁਹਾਨੂੰ ਕਿਹਾ ਸੀ ਉੱਥੇ, ਜਿਸ ਘਰ ਵਿੱਚ ਮਾਂ ਪਿਓ ਦੀ ਸੇਵਾ ਹੈ, ਜਿਹੜੇ ਘਰ ਵਿੱਚ ਮਾਂ ਪਿਓ ਦੀ ਕਦਰ ਹੈ, ਉਸ ਘਰ ਵਿੱਚੋਂ ਕਦੇ ਬਰਕਤ ਜਾ ਨਹੀਂ ਸਕਦੀ। ਜਿਨ੍ਹਾਂ ਘਰਾਂ ਵਿੱਚ ਮਾਂ ਪਿਓ ਦੀ ਬੇਕਦਰੀ, ਉਸ ਘਰ ਵਿੱਚ ਕਦੇ ਬਰਕਤ ਆ ਨਹੀਂ ਸਕਦੀ। ਆਖੋ ਸਤਿਨਾਮ। ਕਦੇ ਨਹੀਂ ਆ ਸਕਦੀ ਹੈ, ਕਦੇ ਵੀ ਨਹੀਂ ਹੋ ਸਕਦਾ ਕੰਮ ਇਹ। ਕਈਆਂ ਨੂੰ ਗੱਲਾਂ ਕੌੜੀਆਂ ਲੱਗਦੀਆਂ, ਕਹਿੰਦੇ ਤੁਸੀਂ ਵਿੱਚ ਆਪਣਾ ਹੋਰ ਹੀ ਕੁਝ ਸ਼ੁਰੂ ਕਰਕੇ ਬਹਿ ਜਾਂਦੇ ਹੋ। ਆਪਾਂ ਥਾਂ ਥਾਂ ਫਿਰਦੇ ਨਾ ਸਿਆਣਿਆਂ ਕੋਲ ਪੁੱਛਾਂ ਲੈਣ ਵਾਸਤੇ ਜਾਂਦੇ ਆ ਵੀ ਸਾਡੇ ਘਰੇ ਬਰਕਤ ਨਹੀਂ ਹੈ, ਸਾਡੇ ਘਰੇ ਮਾਇਆ ਨਹੀਂ ਟਿਕਦੀ, ਸਾਡੇ ਬੱਚੇ ਸਾਡੇ ਕਹਿਣੇ 'ਚ ਨਹੀਂ ਹਨ। ਇੱਕੋ ਕੰਮ ਕਰ ਲਓ, ਆਪਣਾ ਮਾਂ ਪਿਓ ਖੁਸ਼ ਕਰ ਲਓ। ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ, ਸਮਾਂ ਆਪਣੇ ਕੋਲ ਘੱਟ ਹੈ, ਜਦੋਂ ਮੈਂ ਸਿੱਧੀ ਜਿਹੀ ਬੇਨਤੀ ਕਰਦੇ ਆ। ਭਾਈ ਸਾਹਿਬ ਕਹਿੰਦੇ ਕੋਈ ਬੰਦਾ ਲੱਖਾਂ ਲੰਗਰ ਲਾ ਦੇਵੇ, ਗੰਗਾ ਤੇ ਜਾ ਕੇ ਲੱਖਾਂ ਗਊਆਂ ਦਾਨ ਕਰ ਦੇਵੇ, ਸੋਨੇ ਦੇ ਮੰਦਰ ਬਣਾ ਦੇਵੇ, ਭੁੱਖਿਆਂ ਨੂੰ ਭੋਜਨ ਦੇ ਦੇਵੇ, ਜਿੰਨਾ ਮਰਜ਼ੀ ਦਾਨ ਪੁੰਨ ਕਰ ਲਵੇ, ਜੇ ਘਰੇ ਮਾਂ ਪਿਓ ਖੁਸ਼ ਨਹੀਂ ਤਾਂ ਕਿਸੇ ਅਰਥ ਨਹੀਂ, ਕੋਈ ਫਾਇਦਾ ਨਹੀਂ ਹੈ ਉਹਨਾਂ ਦਾ।
ਮਰਿਆ ਤੋਂ ਬਾਅਦ ਵਿੱਚ ਉਹਨਾਂ ਦੇ ਵੱਡੇ ਵੱਡੇ ਭੰਡਾਰੇ ਕਰਦੇ ਆ, ਵੱਡੇ ਵੱਡੇ ਸਰਾਧ ਕਰਦੇ ਆ, ਖੁੱਲਾ ਖਰਚਾ ਕਰਦੇ ਆ। ਮਰਿਆ ਤੋਂ ਬਾਅਦ ਗੁਲਾਬ ਜਾਮਨਾਂ ਦਾ ਫਾਇਦਾ ਨਹੀਂ, ਜਿਉਂਦੇ ਨੂੰ ਪ੍ਰਸ਼ਾਦਾ ਵਧੀਆ ਦੇ ਦਿਓ। ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ। ਮਰਿਆ ਤੋਂ ਬਾਅਦ ਲੋਕਾਂ ਨੂੰ ਖੁਸ਼, ਲੋਕ ਕਦੇ ਖੁਸ਼ ਹੋਏ ਆ? ਹੁਣ ਤੱਕ ਲੋਕ ਕਦੇ ਖੁਸ਼ ਨਹੀਂ ਹੁੰਦੇ। ਜੇ ਤੇ ਖਵਾ ਦਿਓਗੇ ਤਾਂ ਵੀ ਲੋਕਾਂ ਨੇ ਕਹਿਣਾ ਕੱਖ ਨਹੀਂ ਕੀਤਾ, ਨਾ ਖਵਾਇਆ ਕਹਿਣਾ ਬੁੜਾ ਛਾਪਿਆਂ ਥੱਲੇ ਦੇਤਾ। ਆਖੋ ਸਤਿਨਾਮ। ਇਹੀ ਕਹਿੰਦੇ ਆ, ਇਹੀ ਗੱਲਾਂ ਸੰਸਾਰ ਵਿੱਚ ਅਸੀਂ ਵੀ ਤੇ ਘਰਾਂ 'ਚ ਇਹ ਕੁਝ ਦੇਖਦੇ ਆ ਨਾ। ਤੇ ਬੁੜਾ ਛਾਪਿਆਂ ਥੱਲੇ ਕਹਿਣਗੇ ਦੇਤਾ, ਕਿਉਂ? ਵੀ ਇਹਨਾਂ ਨੇ ਤੇ ਮਿੱਠਾ ਨਹੀਂ ਪਾਇਆ। ਕਮਾਲ ਦੀ ਗੱਲ ਹੈ, ਇਹਨਾਂ ਨੇ ਤਾਂ ਪਕੌੜੇ ਨਹੀਂ ਖਵਾਏ। ਦੱਸੋ, ਸੰਸਾਰ ਕਦੇ ਖੁਸ਼ ਨਹੀਂ ਹੁੰਦਾ, ਕਦੇ ਅੱਡੀਆਂ ਚੱਕ ਕੇ ਫਾਹਾ ਨਹੀਂ ਲੈਂਦਾ। ਜਿਉਂਦਿਆਂ ਦੀ ਸੇਵਾ ਕਰ ਲਓ, ਚਾਹੇ ਸੁੱਕਾ ਪ੍ਰਸ਼ਾਦਾ ਹੱਸ ਕੇ ਫੜਾ ਦਿਓ, ਤੁਹਾਡਾ ਉਹੀ ਬਹੁਤ ਵੱਡਾ ਦਾਨ ਹੈ, ਉਹੀ ਬਹੁਤ ਵੱਡਾ ਯੱਗ ਹੈ। ਮੈਂ ਆਪਣੀ ਬੇਨਤੀ ਵੱਲ ਵਾਪਸ ਆਵਾਂ। ਉਹ ਬੀਬੀ ਕਹਿੰਦੀ ਹੈ, ਕਹਿੰਦੀ ਇਹਨੂੰ ਪੁੱਛੋ ਕਿ ਇਹਦੇ ਵੱਟੇ ਮਾਇਆ ਲੈ ਲਾ ਜਿੰਨੀ ਲੈਣੀ ਹੈ, ਜਿੰਨੇ ਪਦਾਰਥ ਚਾਹੀਦੇ ਉਹ ਲੈ ਲਾ, ਪਰ ਪੁੱਤ ਨਹੀਂ ਦੇਣਾ। ਹਮਜਾ ਗੌਸ ਫਕੀਰ ਕਹਿੰਦਾ ਹੈ, ਮੈਂ ਤੂੰ ਸੁਖਣਾ ਸੁਖੀ ਸੀ, ਪਹਿਲਾ ਬੱਚਾ ਦੇਵਾਂਗੇ, ਮੈਂ ਬੱਚਾ ਹੀ ਲੈ ਕੇ ਜਾਣਾ, ਮੈਂ ਹੋਰ ਨਹੀਂ ਕੁਝ ਲੈ ਕੇ ਜਾਣਾ। ਉਹ ਕਹਿੰਦੀ ਅਸੀਂ ਦੇਣਾ ਨਹੀਂ। ਉਹ ਇੰਨਾ ਗੁੱਸੇ ਵਿੱਚ ਆਇਆ, ਕਹਿੰਦਾ ਸਾਰਾ ਸ਼ਹਿਰ ਹੀ ਝੂਠਿਆਂ ਦਾ, ਮੈਂ 40 ਦਿਨ ਲਾਵਾਂਗਾ ਕਮਰੇ ਵਿੱਚ ਵੜ ਕੇ, ਚਲੀਸਾ ਕੱਟਾਂਗਾ, ਸਾਰਾ ਸ਼ਹਿਰ ਗਰਕ ਕਰਕੇ ਰੱਖ ਦੇਣਾ ਹੈ, ਸਾਰਾ ਸ਼ਹਿਰ ਮਾਰ ਦੇਣਾ ਹੈ। ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਵੀ ਹਮਜਾ ਗੌਸ ਫਕੀਰ ਜਿਹੜਾ ਸਾਧੂ ਜਿਹੜਾ ਬੜਾ ਗੁੱਸੇ ਵਿੱਚ ਗਿਆ ਹੈ, ਉਹ ਕਹਿੰਦਾ ਮੈਂ ਸਾਰਾ ਸ਼ਹਿਰ ਤਬਾਹ ਕਰ ਦੇਣਾ ਹੈ। ਅੰਦਰ ਵੜ ਗਿਆ, ਕੋਠੜੀ ਦੇ ਵਿੱਚ ਚਲੀਸਾ ਕੱਟਣ ਲੱਗ ਪਿਆ 40 ਦਿਨ ਵਾਸਤੇ। ਰੌਲਾ ਪੈ ਗਿਆ, ਲੋਕੀ ਬੜੇ ਉਦਾਸ, ਬਹੁਤ ਮਨ ਵਿੱਚ ਰੋਸ ਵੀ ਇਹ ਕੀ ਹੋਣ ਲੱਗਾ ਹੈ, ਬੜੀ ਕਰਨੀ ਵਾਲਾ ਫਕੀਰ ਹੈ, ਸੱਚਮੁੱਚ ਸਾਰੇ ਸ਼ਹਿਰ ਨੂੰ ਖਤਮ ਕਰਕੇ ਰੱਖ ਦੇਵੇਗਾ। ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦਾ ਭਲਾ ਕਰਦੇ ਕਰਦੇ ਉਹ ਨਗਰ ਵਿੱਚ ਚਲੇ ਗਏ। ਗੁਰੂ ਨਾਨਕ ਸਾਹਿਬ ਜੀ ਸਾਰੇ ਨਗਰ ਦੇ ਲੋਕਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਨਗਰ ਦਾ ਫਕੀਰ ਕਹਿੰਦਾ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ, ਸਾਨੂੰ ਬਚਾਓ। ਮੈਂ ਸੰਖੇਪ ਬੇਨਤੀ ਕਰਾਂਗਾ। ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ ਭਾਈ ਮਰਦਾਨੇ ਨੂੰ, ਕਹਿੰਦੇ ਜਾਓ ਬੁਲਾ ਕੇ ਲਿਆਓ ਉਸ ਪੀਰ ਨੂੰ। ਉਹ ਬੁਲਾਉਣ ਵਾਸਤੇ ਗਏ ਤੇ ਉਹਨੇ ਦਰਵਾਜ਼ਾ ਨਾ ਅੰਦਰੋਂ ਖੋਲਿਆ। ਇੱਥੇ ਨੋਟ ਰੱਖਿਓ, ਜਿਹੜਾ ਚਲੀਸਾ ਹੁੰਦਾ ਨਾ, ਚਲੀਸਾ 40 ਦਿਨ ਦਾ, ਇਹਦੀ ਇਹ ਮਰਿਆਦਾ ਹੁੰਦੀ ਵੀ ਇਹਦੇ ਵਿੱਚ ਕਦੇ ਵੀ 40 ਦਿਨਾਂ ਵਿੱਚ ਸੂਰਜ ਦੀ ਰੋਸ਼ਨੀ ਨਹੀਂ ਮੱਥੇ ਲੱਗਣੀ ਚਾਹੀਦੀ। ਸੂਰਜ ਤੋਂ ਪਾਸੇ ਰਹਿ ਕੇ ਆਪਣਾ ਜਪ ਤਪ ਕਰਨਾ ਹੈ। ਜੇ ਮੱਥੇ ਲੱਗ ਸੂਰਜ ਮੱਥੇ ਲੱਗ ਗਿਆ ਤੁਹਾਡਾ ਚਲੀਸਾ ਖਤਮ। ਇੱਕ ਮਰਿਆਦਾ ਹੁੰਦੀ ਹੈ। ਉਹ ਅੰਦਰ ਵੜਿਆ ਫਕੀਰ, ਉਹ ਪੀਰ ਜਿਹੜਾ ਸੀਗਾ, ਕੋਠੜੀ ਬੰਦ ਕੀਤੀ ਹੋਈ ਹੈ, ਇਹਨੇ ਦਰਵਾਜ਼ਾ ਨਹੀਂ ਖੋਲਿਆ। ਭਾਈ ਮਰਦਾਨਾ ਜੀ ਵਾਪਸ ਆ ਗਏ ਆਵਾਜ਼ਾਂ ਮਾਰ ਕੇ। ਦੂਜੀ ਵਾਰੀ ਫਿਰ ਗੁਰੂ ਨਾਨਕ ਸਾਹਿਬ ਨੇ ਭੇਜਿਆ, ਕਹਿੰਦੇ ਮਰਦਾਨਿਆਂ ਬੁਲਾ ਕੇ ਲਿਆ ਫਕੀਰ ਨੂੰ। ਉਹਦੇ ਚੇਲੇ ਕਹਿੰਦੇ ਸਾਡਾ ਪੀਰ ਕਹਿੰਦਾ ਹੈ ਮੈਂ 40 ਦਿਨਾਂ ਤੋਂ ਪਹਿਲਾਂ ਬਾਹਰ ਨਹੀਂ ਆਉਣਾ, ਮੈਂ ਸਾਰੇ ਸ਼ਹਿਰ ਨੂੰ ਖਤਮ ਕਰਕੇ ਹਟਾਂਗਾ। ਇਹ ਝੂਠਿਆਂ ਦਾ ਸ਼ਹਿਰ ਹੈ, ਇੱਥੇ ਝੂਠੇ ਵਸਦੇ ਨੇ। ਸੁਖਣਾ ਸੁਖ ਲਈ, ਮੇਰੀ ਸੁਖਣਾ ਨਹੀਂ ਦਿੱਤੀ। ਬੜੇ ਗੁੱਸੇ ਵਿੱਚ ਆ ਗਿਆ। ਜਦੋਂ ਕਹਿੰਦੇ ਉਹ ਪੀਰ ਨਾ ਮੰਨਿਆ ਨਾ ਜੀ, ਤੇ ਗੁਰੂ ਨਾਨਕ ਸਾਹਿਬ ਤੇ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ ਆਪ ਰੱਬ ਆਇਆ ਸੀ। ਕਹਿੰਦੇ ਇਹੋ ਜੀ ਨਿਗਾਹ ਭਰ ਕੇ ਉਹ ਕੋਠੜੀ ਵੱਲ ਤੱਕਿਆ, ਜਿਹੜੀ ਕੋਠੜੀ ਵਿੱਚ ਉਹ ਬੈਠਾ ਸੀ, ਉਹ ਕੋਠੜੀ ਉੱਪਰੋਂ ਪਾੜ ਕੇ ਰੱਖ ਦਿੱਤੀ। ਆਖੋ ਸਤਿਨਾਮ। ਸੂਰਜ ਦੀ ਰੌਸ਼ਨੀ ਵਿੱਚ ਗਈ, ਉਹਦਾ ਚਲੀਸਾ ਟੁੱਟ ਗਿਆ। ਬੜੇ ਗੁੱਸੇ ਵਿੱਚ, ਬੜੇ ਕ੍ਰੋਧ ਵਿੱਚ ਬਾਹਰ ਨਿਕਲਿਆ ਹਮਜਾ ਗੌਸ ਫਕੀਰ। ਕਹਿੰਦਾ ਕਿਹੜਾ ਇਹੋ ਜਿਹਾ ਸਾਧੂ ਸੰਤ ਆਇਆ ਜਿਨੇ ਮੇਰੀ ਤਪੱਸਿਆ ਭੰਗ ਕਰਕੇ ਰੱਖ ਦਿੱਤੀ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ ਨਾ ਜੀ, ਤੇ ਮਹਾਰਾਜ ਦੇ ਚਿਹਰੇ ਵੱਲ ਦੇਖ ਕੇ ਇੱਕ ਵਾਰੀ ਠੰਡ ਪੈ ਗਈ। ਯਾਦ ਰੱਖਿਓ, ਜਿੰਨਾ ਕੋਈ ਬੰਦਾ ਇਕਾਗਰਤਾ ਵਿੱਚ ਹੋਏਗਾ, ਜਿੰਨਾ ਕੋਈ ਅੰਦਰੋਂ ਠੰਡਾ ਹੋਏਗਾ ਨਾ, ਉਹਦੇ ਚਿਹਰੇ ਵੱਲ ਦੇਖ ਕੇ ਆਟੋਮੈਟਿਕ ਸ਼ਾਂਤੀ ਆਉਂਦੀ ਹੈ। ਕਈਆਂ ਦੇ ਚਿਹਰੇ ਇਹੋ ਜਿਹੇ ਹੁੰਦੇ ਆ ਵੀ ਬੰਦਾ ਦੇਖ ਕੇ ਸ਼ਾਂਤ ਠੰਡਾ ਹੋ ਜਾਂਦਾ, ਤੇ ਕਈ ਤੇ ਕਲਪੇ ਹੀ ਰਹਿੰਦੇ 24 ਘੰਟੇ, ਦੇਖਣ ਨੂੰ ਮਨ ਨਹੀਂ ਕਰਦਾ। ਜਿਹਦੇ ਅੰਦਰ ਹੈ ਕੁਛ ਉਹ ਬਾਹਰ ਵੀ ਦਿਸੇਗਾ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਅੰਦਰ ਹੈ ਉਹੀ ਬਾਹਰ ਨਿਕਲੇਗਾ ਨਾ ਜੀ। ਇਹ ਤੇ ਹੋ ਨਹੀਂ ਸਕਦਾ ਕਿ ਅੰਦਰ ਕੁਛ ਹੋਰ ਹੋਵੇ, ਬਾਹਰ ਕੁਛ ਹੋਰ ਹੋਵੇ। ਇਹਦਾ ਗੁੱਸਾ ਠੰਡਾ ਹੋ ਗਿਆ, ਕੁਛ ਨਮਸਕਾਰ ਕਰਕੇ ਆ ਕੇ ਬਹਿ ਗਿਆ ਮਹਾਰਾਜ ਦੇ ਮੂਹਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੀਰ ਜੀ, ਸੰਤ ਜੀ, ਸੰਸਾਰ ਦਾ ਤੇ ਸੰਤ ਭਲਾ ਕਰਦੇ, ਤੁਸੀਂ ਸੰਸਾਰ ਨੂੰ ਗਰਕ ਕਰਨ ਤੇ ਲੱਗੇ ਹੋਏ ਹੋ। ਕੀ ਕਸੂਰ ਹੋ ਗਿਆ ਸਾਰੇ ਸ਼ਹਿਰ ਵਾਲਿਆਂ ਦੇ ਕੋਲੋਂ? ਸਾਰੇ ਸ਼ਹਿਰ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਹੋ? ਉਹ ਪੀਰ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਮਹਾਂਪੁਰਸ਼ੋ, ਇਹਨਾਂ ਨੂੰ ਤਾਂ ਖਤਮ ਕਰਨਾ, ਇਹ ਝੂਠਿਆਂ ਦਾ ਸ਼ਹਿਰ ਹੈ।
महाराज कहते की हो गया? कहते जी सुखना सुखी सी, कहते सी साडे घरे बच्चा हो जाए, पहला बच्चा तुहानू देवांगे, हुण अपनी सुखना पूरी नहीं करते। महाराज कहते वो तो एक ने सुखी होएगी सुखना, सारे शहर का की कसूर इहदे विच बई, सारियां नूं क्यों खत्म कर लगा? पीर जी झूठा एक परिवार हो सकता, सारा शहर झूठा नहीं कदे हो सकता। ते हमजा गौस फकीर कहंदा जी मैं इस गल नूं नहीं मनदा। महाराज कहते सी साबित करके विखा दिंदे आ, कहते जी करके विखाओ। फिर गुरु नानक साहब ने भाई मरदाने नूं एक पैसा दे के भेजिया, एक पैसा, कहते मरदानिया जा सियालकोट शहर विच जा ते जाके एक पैसे दा झूठ ते एक पैसे दा सच खरीद के लैके आ। बड़े कमाल दा सौदा है, एक पैसे दा सच ते एक दा झूठ। भाई मरदाना जी ने एक पैसा अपने हथ विच फड़िया ते शहर विच घुमदा फिरदा, कदे सब्जी वाली दुकान ते, कदे मनियारे दे, कदे किसे दे, कदे किसे दे, जाके पुछदा, कहंदा जी एक पैसे दा सच एक पैसे दा झूठ चाहीदा है। सारे हैरान, कहते कि कोई पागल आखे, कोई दीवाना आखे, कोई बौरा, कोई कुछ आखे, लोग बड़ा कुछ कहन भी सच ते झूठ भी कदे खरीदीदा, ये तो सौदा साडे कोल है ही नहीं। कहते फिरदा फिरदा भाई मरदाना चले गया भाई मूले की दुकान ते, बाणिया सी भाई मूला, ओदी दुकान ते जाके कहंदा है मैनू मेरे गुरु ने भेजिया एक पैसे दा सच ते एक पैसे दा झूठ खरीदण वास्ते, तुहाडियों मिल जाएगा सौदा? ते भाई मूला कहन लगा भी हाँ मेरे को एक पैसे दा सच ते झूठ हैगा, मिल जाएगा, बह जा। बिठा लिया भाई मरदाने नूं, एक पेपर लियांदा, कलम लियांदी, एक पेपर ते लिख दिता मरना सच, दूजे ते लिखता जीना झूठ। आखो सतनाम। कहंदे लिया भाई एक पैसा, फड़ा दिता। भाई मरदाने ने वेख्या भी एक ते लिखिया मरना सच, दूजे ते लिखिया जीना झूठ, एक पैसे का सौदा ले लिया, जाके गुरु नानक साहब जी नूं फड़ाता। मारे कहंदे कित्थों लैके आया? कहंदा जी मूला मूला नाम का एक सिख है, उहदे कोलों लैके आया। मारे कहंदे जिहड़ा पैसा लैके गया सी, वो पैसा कहंदे जी वो तुहाने रख लिया। मारे कहंदे फिर उपरों उपरों कहंदा मरना सच जीना झूठ, कहंदे अंदरों माया दा प्यारी रखी बैठा है। आखो सतनाम। भी जे सचमुच मरना मन्निया हुंदा फिर एक पैसा नहीं सी फड़दा तेरे कोलों, पैसा नहीं सी तेरे कोल लैण लगा। कहंदे लिख के दिता, अंदरों नहीं मनदा हजे, जा बुला के लेके आ मूले नूं। भाई मूला गुरु नानक साहब के चरणों में आया, नमस्कार करके बैठ गया। मारे कहंदे मूलिया अंदरों भी जी करदा मरन वास्ते कि उपरों उपरों कहना मरना सच? अंदरों भी मन करदा तेरा मरन वास्ते? कहंदा सच्चे पातशाह सच्ची गल दसा। मारे कहंदे सच दसी झूठ ना बोली। कहंदा महाराज मैं सिर्फ पैसे लैण खातर लिख के दे दिता, मरन तो डर तो मैनू भी लगदा है। आखो सतनाम। मरना किनू चंगा लगदा बई? इत्थे किसी नूं कह के देख लो तू मर जाऊगा, तू मर जा पहला मेरे तो, मैं क्यों मरां बई? मरन तो सारे चलदे हन। गुरु नानक साहब ने कृपा की, हाथ जोड़ लै कहण लगा महाराज कृपा करो, मैं हुण अपने घर नहीं जाना, मैं तुहाडे नाल ही संसार विच विचरांगा। मैं संखेप बेनती करके अपनी समाप्ति वाल नूं आवां। गुरु नानक साहब जी दे नाल भाई मूला चल पिया यात्रा ते, उदासियां ते। थोड़ा समा लंघिया तां गुरु नानक साहब जी नूं नाल फिरदियां दे भाई मूले नूं सुनेहा मिल गया पिछों, कहण लगे तेरे घर परिवार का बहुत हालत खराब है। मूले नूं कहंदे आ जाके देख भाई तेरे घर वाली बीबी तां चढ़ाई कर चली है, मर चली तेरे वियोग दे विच। भाई मूला वापस आके गुरु नानक साहब नूं कहंदा महाराज कृपा करो, बहुत लंबा समा तुहाडे नाल सेवा कर लई, हुण मैनूं आग्या दिओ मैं अपने घर जाना है। कहंदे महाराज कहंदे भी चंगा तेरी मौज है भाई, जो इतिहास में लिखिया मैं तुहानूं वो बेनती करन लगा। कहंदा महाराज इन्ने चिर पिछों अपने घर जाना है, हथों कुछ लैके जावां तो फिर चंगा लगता है, खाली हथी किदां चल जावां? उत्थे लागे ना एक घड़ा टुटा पिया सी, घड़ा ठिकरियां पईयां सी घड़े दे। महाराज कहंदे ने मूले नूं कहंदे मूड़िया अपना कपड़ा विछा दिता। महाराज ने 2 बुक भरे भर के ठिकरियां दे पा दिते, ठीकरियां दे पा के इकट्ठा करके फड़ाता। कहंदे ले आ घर ले जा, खोली ना, घर जाके खोली। कहंदे जी 7 बचन। 2 बुक ठीकरियां दे पा के तोरे भाई मूला अपने घर आ गया, अपने घर वाली बीबी नूं मिलिया, अपने बच्चों नूं मिलिया। जदों कहंदे कपड़ा खोलिया, वो विचों ठीकरियां दे विचों सोने दीयां मोहरां निकलियां। आखो सतनाम। गुरु दा बचन सी। पहलां वांगू अपनी जिंदगी बतीत करन लग पिया, अपने परिवार विच रहिंदा है।
ਕਾਫੀ ਸਮਾਂ ਲੰਘਿਆ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰਦੇ ਫਿਰਦੇ ਫਿਰ ਉਸ ਪਿੰਡ ਸ਼ਹਿਰ ਚਲੇ ਗਏ, ਸਿਆਲਕੋਟ ਚਲੇ ਗਏ। ਤੇ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਆਪਣਾ ਸਿੱਖ ਰਹਿੰਦਾ ਇੱਥੇ ਨਗਰ ਦੇ ਵਿੱਚ, ਜਾ ਬੁਲਾ ਕੇ ਲੈ ਕੇ ਆ। ਹੁਣ ਗੌਰ ਕਰਿਓ, ਜੇ ਮਰਨਾ ਉਸ ਬੰਦੇ ਨੇ ਮੰਨਿਆ ਹੁੰਦਾ, ਇੰਨੀਆਂ ਠੁਕਰਾਂ ਨਹੀਂ ਸੀ ਖਾਣੀਆਂ ਪੈਣੀਆਂ। ਕਿਹੜੀਆਂ ਭਲਾ? ਭਾਈ ਮਰਦਾਨਾ ਬੁਲਾਉਣ ਵਾਸਤੇ ਗਿਆ, ਗੁਰੂ ਨਾਨਕ ਸਾਹਿਬ ਜੀ ਦਾ ਸੱਦਾ ਲੈ ਕੇ ਗਿਆ ਭਾਈ ਮੂਲੇ ਨੂੰ ਬੁਲਾਉਣ। ਜਦੋਂ ਘਰ ਦੇ ਸਾਹਮਣੇ ਗਿਆ ਤਾਂ ਉਹਦੇ ਘਰ ਵਾਲੀ ਬੀਬੀ ਦਰਵਾਜ਼ੇ ਵਿੱਚ ਖੜੀ। ਉਹਨੇ ਵੇਖਿਆ ਵੀ ਇਹ ਤਾਂ ਉਹੀ ਬਾਬੇ ਫਿਰ ਮੁੜ ਕੇ ਆ ਗਏ। ਤੇ ਅੰਦਰ ਜਾ ਕੇ ਕਹਿੰਦੀ ਮੂਲੇ ਨੂੰ, ਕਹਿੰਦੀ ਉਹ ਬਾਬੇ ਫਿਰ ਤੈਨੂੰ ਲੈਣ ਵਾਸਤੇ ਆ ਗਏ, ਹੁਣ ਕੀ ਕਰੀਏ? ਉਹ ਕਹਿੰਦਾ ਆ ਕੇ ਤੇ ਫਿਰ ਦਰਸ਼ਨ ਕਰਨੇ ਚਾਹੀਦੇ ਐ। ਕਹਿੰਦੀ ਹੁਣ ਨਹੀਂ ਜਾਣਾ, ਪਹਿਲਾਂ ਵੀ ਤੈਨੂੰ ਨਾਲ ਲੈ ਕੇ ਹੁਣ ਫੇਰ ਲਿਆ ਜਾਣਗੇ। ਕਹਿੰਦੇ ਫਿਰ? ਕਹਿੰਦੀ ਤੂੰ ਪਾਥੀਆਂ ਵਾਲੇ ਕਮਰੇ 'ਚ ਲੁਕ ਜਾ, ਮੈਂ ਕਹਿ ਦੂੰ ਮੂਲਾ ਹੈ ਨਹੀਂ। ਆਖੋ ਸਤਨਾਮ। ਮੈਂ ਕਹਿ ਦੂੰ ਹੈ ਨਹੀਂ। ਬੰਦਾ ਰੱਬ ਤੋਂ ਵੀ ਚਲਾਕੀਆਂ ਕਰਨੋਂ ਬਾਜ ਨਹੀਂ ਕਦੇ ਆਉਂਦਾ। ਬੰਦੇ ਨਾਲ ਬੰਦੇ ਦੀ ਮਾਰੀ ਠੱਗੀ ਤਾਂ ਲੁਕੀ ਰਹਿ ਜੂ, ਪਰ ਰੱਬ ਨਾਲ ਮਾਰੀ ਠੱਗੀ ਨਹੀਂ ਕਦੇ ਲੁਕੀ ਰਹਿੰਦੀ ਹੈ। ਉਹ ਤੇ ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ। ਭਾਈ ਮਰਦਾਨਾ ਜੀ ਨੇ ਆ ਕੇ ਆਵਾਜ਼ ਮਾਰੀ, ਭਾਈ ਮੂਲਿਆ ਘਰੇ ਹੀ ਐ? ਉਹਦੀ ਬੀਬੀ, ਉਹਦੇ ਘਰ ਵਾਲੀ ਬੀਬੀ ਬਾਹਰ ਆਈ, ਆ ਕੇ ਕਹਿੰਦੀ ਨਹੀਂ ਜੀ ਮੂਲਾ ਘਰ ਨਹੀਂ। ਭਾਈ ਮਰਦਾਨਾ ਵਾਪਸ ਮੁੜ ਗਿਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਮਹਾਰਾਜ ਜੀ ਉਹਦੀ ਘਰ ਵਾਲੀ ਬੀਬੀ ਕਹਿੰਦੀ ਹੈ ਮੂਲਾ ਹੈ ਨਹੀਂ। ਮਾਰੇ ਕਹਿੰਦੇ ਮਰਦਾਨਿਆਂ ਫਿਰ ਜਾ ਇੱਕ ਵਾਰੀ, ਉਹ ਘਰ ਹੀ ਹੈ, ਬੁਲਾ ਕੇ ਲੈ ਕੇ ਆ। ਹੁਣ ਉਹ ਡਰਦੀ ਸੀ ਕਿਤੇ ਮੁੜ ਕੇ ਨਾਲ ਨਾ ਲੈ ਜਾਣਾ। ਫੇਰ ਜੇ ਇਹ ਚਲਿਆ ਗਿਆ ਪਿੱਛੋਂ ਸਾਡਾ ਕੀ ਬਣੇਗਾ? ਉਹ ਵੀ ਉਹਦੇ ਪਿੱਛੇ ਲੱਗ ਗਿਆ। ਦੂਜੀ ਵਾਰੀ ਭਾਈ ਮਰਦਾਨਾ ਨੇ ਫਿਰ ਗਏ, ਜਾ ਕੇ ਕਹਿੰਦੇ ਨੇ ਮੂਲਿਆ ਤੈਨੂੰ ਗੁਰੂ ਨਾਨਕ ਸਾਹਿਬ ਸੱਦਦੇ ਐ, ਬੁਲਾਉਂਦੇ, ਜਾ ਕੇ ਦਰਸ਼ਨ ਕਰ ਲੈ। ਚਾਹੀਦਾ ਤੇ ਇਹ ਸੀ ਭੱਜਾ ਜਾਂਦਾ ਕਿ ਮੈਨੂੰ ਮਹਾਰਾਜ ਨੇ ਆਵਾਜ਼ ਮਾਰ ਕੇ ਬੁਲਾਇਆ, ਪਰ ਕਰਮਾਂ ਦੀ ਖੇਡ ਲੁੱਕ ਕੇ ਬਹਿ ਗਿਆ ਅੰਦਰ, ਪਾਥੀਆਂ ਵਾਲੇ ਕਮਰੇ 'ਚ ਵਾੜ ਦਿੱਤਾ। ਉਹ ਦੂਜੀ ਵਾਰੀ ਘਰ ਵਾਲੀ ਬੀਬੀ ਕਹਿੰਦੀ ਜੀ ਮੂਲਾ ਹੈ ਨਹੀਂ, ਸਿੱਧਾ ਹੀ ਕਹਿੰਦੀ ਮੂਲਾ ਹੈ ਨਹੀਂ। ਤੀਜੀ ਵਾਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪ ਚੱਲ ਕੇ ਉਹਦੇ ਦਰਵਾਜ਼ੇ ਵਿੱਚ ਗਏ, ਤੁਰ ਕੇ ਆਪ ਗਏ। ਜਾ ਕੇ ਕਹਿੰਦੇ ਮੂਲਿਆ ਤੈਨੂੰ ਮਿਲਣ ਵਾਸਤੇ ਆਏ ਆ, ਬਾਹਰ ਤੇ ਆ। ਉਹਦੇ ਘਰ ਵਾਲੀ ਬੀਬੀ ਫਿਰ ਕਹਿੰਦੀ ਜੀ ਮੂਲਾ ਹੈ ਨਹੀਂ। ਜਦੋਂ ਤੀਜੀ ਵਾਰੀ ਕਿਹਾ ਨਾ ਮੂਲਾ ਹੈ ਨਹੀਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਸੱਚੀ ਹੈ ਨਹੀਂ। ਆਖੋ ਸਤਨਾਮ। ਜੇ ਤੂੰ ਕਹਿੰਦੀ ਨਾ ਹੈ ਨਹੀਂ, ਫਿਰ ਸੱਚੀ ਹੈ ਨਹੀਂ। ਕਹਿੰਦੇ ਪਾਥੀਆਂ ਵਾਲੇ ਕਮਰੇ 'ਚ ਬੈਠੇ ਦੇ, ਉੱਥੇ ਸੱਪ ਨਿਕਲਿਆ, ਪਾਥੀਆਂ 'ਚੋਂ ਸੱਪ ਲੜ ਕੇ ਥਾਂ ਮੂਲਾ ਮਰ ਗਿਆ। ਜਿਹੜਾ ਕਹਿੰਦਾ ਸੀ ਮਰਨਾ ਸੱਚ, ਜੀਣਾ ਝੂਠ, ਸਿਰਫ ਕਹਿੰਦਾ ਸੀ, ਮੰਨਿਆ ਨਹੀਂ ਸੀ। ਕਹਿੰਦਾ ਸੀ, ਜੇ ਮੰਨਿਆ ਹੁੰਦਾ ਤੇ ਆਹ ਕੁਛ ਨਹੀਂ ਸੀ ਹੋਣਾ। ਜਦੋਂ ਮੂਲੇ ਦੀ ਮੌਤ ਹੋ ਗਈ, ਚੁੱਕ ਕੇ ਭੱਜ ਤੋਰੇ ਗੁਰੂ ਨਾਨਕ ਸਾਹਿਬ ਨੂੰ ਪਰਿਵਾਰ ਵਾਲੇ। ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਕੋਲ ਭੁੱਲ ਹੋ ਗਈ, ਇਹਨੂੰ ਬਖਸ਼ ਦਿਓ, ਇਹਨੂੰ ਜਿਉਂਦਾ ਕਰ ਦਿਓ, ਇਹਦਾ ਭਲਾ ਕਰ ਦਿਓ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਈ ਕਮਾਨ ਚੋਂ ਨਿਕਲਿਆ ਹੋਇਆ ਤੀਰ, ਜ਼ਬਾਨ ਚੋਂ ਨਿਕਲਿਆ ਬਚਨ ਕਦੇ ਵਾਪਸ ਨਹੀਂ ਆਉਂਦਾ ਹੁੰਦਾ। ਹੁਣ ਤੇ ਜੋ ਹੋਣਾ ਸੀ ਹੋ ਗਿਆ, ਹੁਣ ਨਹੀਂ ਵਾਪਸ ਮੁੜਦਾ ਇਹ। ਕਹਿੰਦੇ ਮਹਾਰਾਜ ਦਾ ਭਲਾ ਕਿੱਦਾਂ ਹੋਏਗਾ ਫਿਰ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਤਾਂ ਨਹੀਂ ਭਲਾ ਹੋ ਸਕਦਾ, ਜਦੋਂ 10ਵੇਂ ਜਾਮੇ 'ਚ ਗੁਰੂ ਗੋਬਿੰਦ ਸਿੰਘ ਬਣ ਕੇ ਆਵਾਂਗੇ ਉਦੋਂ ਭਲਾ ਕਰਾਂਗੇ। ਆਖੋ ਸਤਨਾਮ। ਉਦੋਂ ਭਲਾ ਕਰਾਂਗੇ। ਤੇ ਤਕਰੀਬਨ 225 ਸਾਲ ਦਾ ਸਮਾਂ ਬਣਦਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, 225 ਸਾਲ ਦਾ। ਇੰਨੇ ਸਮੇਂ ਬਾਅਦ ਕਹਿੰਦੇ ਫਿਰ ਮੂਲਾ ਜੂਨਾਂ ਵਿੱਚ ਭਟਕਦਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਸੱਚਖੰਡ ਹਜੂਰ ਸਾਹਿਬ ਗਏ ਨੇ, ਨੰਦੇੜ ਦੀ ਧਰਤੀ ਤੇ, ਉੱਥੇ ਅੱਜ ਵੀ ਗੁਰਦੁਆਰਾ ਬਣਿਆ ਹੋਇਆ ਸ਼ਿਕਾਰ ਘਾਟ, ਉੱਥੇ ਮਹਾਰਾਜ ਨੇ ਇਸ ਮੂਲੇ ਦਾ ਸ਼ਹੇ ਦੀ ਜੂਨ ਵਿੱਚ ਪਏ ਹੋਏ ਦਾ ਤੀਰ ਮਾਰ ਕੇ ਉਧਾਰ ਕੀਤਾ ਸੀ। ਆਖੋ ਸਤਨਾਮ। ਖਰਗੋਸ਼ ਬਣਿਆ ਹੋਇਆ ਸੀ। ਤੇ ਜੇ ਉਹ ਮੰਨ ਲੈਂਦਾ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਤੇ 200 ਸਾਲ ਭਟਕਣਾ ਨਾ ਪੈਂਦਾ। ਮੈਂ ਬੇਨਤੀ ਤੁਹਾਨੂੰ ਇਹ ਕਰਦਾ, ਕਹਿੰਦੇ ਆ ਸਾਰਿਆਂ ਨੇ ਚਲੇ ਜਾਣਾ, ਪਰ ਅੰਦਰੋਂ ਕੋਈ ਨਹੀਂ ਮੰਨਦਾ। ਉੱਪਰੋਂ ਸਾਰੇ ਕਹਿੰਦੇ ਆ ਕਿ ਜਾਣਾ ਭਾਈ, ਇੱਕ ਦਿਨ ਚਲੇ ਜਾਵਾਂਗੇ। ਜੇ ਮੰਨਦੇ ਹੋਈਏ ਨਾ ਜੀ, ਤੇ ਫਿਰ ਕਦੇ ਬੰਦਾ ਕਿਸੇ ਨਾਲ ਠੱਗੀ ਮਾਰਨ ਲੱਗਾ 1000 ਵਾਰੀ ਸੋਚੇ, ਗਲਤ ਕਰਮ ਕਰਨ ਲੱਗਾ 1000 ਵਾਰੀ ਸੋਚੇ। ਇਸ ਕਰਕੇ 3 ਤਰ੍ਹਾਂ ਦੀ ਮੌਤ ਜਿਹੜੀ ਹੈ, ਮੈਂ ਤੁਹਾਨੂੰ ਬੇਨਤੀ ਕਰਕੇ ਹਟਿਆ। ਇੱਕ ਤੇ ਸਾਰੇ ਜਾਂਦੇ ਨੇ ਸੰਸਾਰ ਉੱਪਰੋਂ, ਭੌਤਿਕਵਾਦ ਭਾਵ ਸਰੀਰ ਨੇ ਮਰ ਜਾਣਾ। ਦੂਜੀ ਹੈ ਇੱਜ਼ਤ ਦੀ ਮੌਤ, ਤੇ ਤੀਜੀ ਹੈ ਆਤਮਿਕ ਮੌਤ। ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਦਾਸ ਬੇਨਤੀ ਕਰੋ, ਮਹਾਰਾਜ ਕਿਰਪਾ ਕਰੋ ਸਾਨੂੰ ਆਤਮਿਕ ਮੌਤ ਕਦੇ ਨਾ ਆਵੇ। ਸਰੀਰ ਤੇ ਸਾਰਿਆਂ ਦਾ ਹੀ ਜਾਣਾ ਜਾਣਾ, ਤੇਰੀ ਯਾਦ ਨਾ ਕਦੇ ਭੁੱਲੇ। ਆਖਾਂ ਜੀ ਮਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚ। ਆਓ ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਬੋਲਦਿਆਂ ਕੋਲੋਂ ਬਹੁਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ। ਸੋ ਆਓ ਹੁਣ ਇੱਥੇ ਕਰ ਦਿਓ, ਆਨੰਦ ਸਾਹਿਬ ਦਾ ਪਾਠ ਕਰ ਦਿਓ।
अच्छा लाना सुना कोई नहीं करते हो जाने रल मिल के सारी संगत ने नानक साहब जी का जाप करना है। इन्नी सेवा प्रवान करियो, सदा अपने मन में वसा के रखो। घले आवे नानका सदे उठी जाए, जो उन्हें बुला लिया उदों रह नहीं होना, तो जे ना बुलाया फिर जा नहीं होना। कई ते 15-15 20 साल मंजियां ते पै रड़कते रहंदे, सानू मौत आ जाए, सानू मौत आ जाए, उन्होंने आउंदी नहीं। जेडे कहंदे असीं जाना नहीं, उन्हों दा पता ही नहीं लगता। सतनाम घड़ी का नहीं पता लगता है। कल तुहाडी उत्थे मैं बेनती कीती सी कुटिया, 4-5 कहंदे महापुरुष बैठे, वो आपस में गल्लां करन। पहले संतां ने पुछया, कहंदे मौत किन्नी क दूर है, पहले पुछदे है। एक महापुरुष बोले, कहंदे इन्नी क दूर है भी हुण दा प्रसादा छकिया, सवेर दा पता नहीं छकना कि नहीं छकना। कहंदे फिर ते बहुत दूर मन्नी बैठे हो, इन्नी लम्मी आस। दूसरिਆਂ ਨੂੰ ਪੁੱਛਿਆ, ਕਹਿੰਦੇ ਤੁਸੀਂ ਦੱਸ ਦਿਓ। ਕਹਿੰਦੇ जी मेरा तो यह मनना भी मौत इन्नी क दूर है, प्रसादा बन गया, पता नहीं छकण का हुक्म होना कि नहीं होना। कहते फिर भी बहुत दूर मन्नी बैठा, हजे तक तू हजे तो गल बनी नहीं उत्थे। तीसरे ने पूछया, कहते तुसीं दस दिओ। कहते महापुरुषो मैं तो इन्नी दूर मौत मनदा है भी प्रसादा पा के थाली च मूहरे आ गया, पता नहीं बुरकी खाण का समा मिलना कि नहीं मिलना। कहते हजे भी दूर है। उन्होंने हथ जोड़ लिया, कहते तुसीं दस दिओ फिर किन्नी क दूर है मौत। वो महापुरुष कहण लगे, कहते मैं तो ये मनदा है भी एक साह अंदर गया, पता नहीं बाहर आउणा है कि नहीं आउणा, इन्नी लागे है। आखो सतनाम, ये नहीं पता है। इस करके सदा गुरु साहब के चरणों नाल जुड़े रहना चाहिए, सदा अपने शुभ कर्म करते रहना चाहिए। पता नहीं किस वेले बुलावा आ जाए, जो बुलावा आ गया फिर किसी की रखिया भी रख नहीं होता है। मलकल मौत जाए आवसी सब दरवाजे बंद। सारिया संगतां दा बहुत बहुत धन्नवाद जी। आओ रल मिल के आपां 5 पौड़ियां नानक साहब जी दियां करिए, उपरंत अरदास बेनती होएगी, हुक्मनामे होणगे, फिर सारी संगत ने प्रसादा पानी छक के आपो अपने घरां नूं जाण दी खेचड़ करनी है। सब दा बहुत बहुत धन्नवाद, सब नूं जी आयां जी। वाहिगुरु साहिब जी राम कली महला तीजा। आनंद एक ओंकार सतगुर प्रसाद, आनंद पया मेरी माए, सतगुरु मैं पाया। सतगुर ता पाया सहज सेते मन वजिया, राग रतन परवार परियां शब्द गावण आईयां। शब्दो ता गावो हरे केरा मन जिनी, कह नानक आनंद हुआ। सतगुरु मैं पाया मन